ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਸਵਾਗਤ ਕਰਦਾ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ। ਜਿੱਦਾਂ ਸੁਰਜੀਤ ਪਾਤਰ ਜੀ ਦੀਆਂ ਲਾਈਨਾਂ ਨੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ। ਤਾਂ ਵਾਕਈ ਉਹ ਜਿਹੜੀਆਂ ਆਪਣੀ ਜ਼ਿੰਦਗੀ ਦੇ ਨਾਲ ਰਿਲੇਟਡ ਇਹ ਗੱਲਾਂ ਹੁੰਦੀਆਂ ਨੇਗੀਆਂ। ਤਾਂ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਉਹ ਇਸ ਤਰ੍ਹਾਂ ਦੀ ਹੀ ਇੱਕ ਆਪਾਂ ਕਹਿ ਲਈਏ ਕੰਡੀਸ਼ਨ ਦੇ ਵਿੱਚੋਂ ਨਿਕਲੇ ਹੋਏ ਨੌਜਵਾਨ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਲਾਈਫ ਦੇ ਬਾਰੇ ਤੇ ਜਿਹੜਾ ਵੀ ਕੋਈ ਐਕਟੀਵਿਟੀ ਅੱਜ ਕੱਲ੍ਹ ਚੱਲ ਰਹੀ ਹੈ ਉਹਨਾਂ ਦੀ, ਜਾਂ ਹੋਰ ਫਿਊਚਰ ਦੇ ਵਿੱਚ ਕੀ ਹੋਊਗਾ। ਕਿਉਂਕਿ ਕਈ ਜਿਹੜੇ ਆਪਣੇ ਨੌਜਵਾਨ ਵੀਰ ਹੁੰਦੇ ਨੇਗੇ ਉਹ ਕਈ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਆਪਾਂ ਭਟਕ ਜਾਂਦੇ ਹਾਂ, ਕਿਸੇ ਦੇ ਨਾਲ ਵੀ ਇੱਦਾਂ ਦੀ ਗੱਲਬਾਤ ਕੋਈ ਹੋ ਸਕਦੀ ਆ। ਤਾਂ ਆਪਣੇ ਕੁਛ ਗਲਤ ਲੈਤੇ ਹੋਏ ਫੈਸਲੇ ਜਾਂ ਆਪਾਂ ਗਲਤ ਰਾਹ ਨੂੰ ਤੁਰ ਪੈਂਦੇ ਹੈਗੇ ਤਾਂ ਉਦੋਂ ਆਪਣੀ ਜਿਹੜੀ ਜ਼ਿੰਦਗੀ ਹੈਗੀ ਉਹ ਠਹਿਰ ਜਾਂਦੀ ਆ, ਆਪਾਂ ਅੱਕ ਜਾਂਦੇ ਹਾਂ ਜਾਂ ਕੁਛ ਵੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਹੋ ਜਾਂਦੀਆਂ ਨੇਗੀਆਂ। ਪਰ ਉਹਦੇ ਵਿੱਚੋਂ ਮੂਵ ਔਨ ਹੋਣਾ, ਮੰਨ ਲਓ ਉਸ ਰਾਹ ਤੋਂ ਕਿਸੇ ਆਪਣੀ ਰੀਅਲ ਲਾਈਫ ਦੇ ਵਿੱਚ ਆਉਣਾ ਤਾਂ ਕਈ ਵਾਰੀ ਔਖਾ ਹੁੰਦਾ ਗਾ। ਪਰ ਜਿਨ੍ਹਾਂ ਨੌਜਵਾਨ ਦੇ ਨਾਲ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਨੇ ਜੋ ਉਹਨਾਂ ਦੀ ਲਾਈਫ ਦੇ ਵਿੱਚ ਵਾਪਰਿਆ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤਾਂ ਕਿ ਜਿਹੜੇ ਆਪਣੇ ਹੋਰ ਨੌਜਵਾਨ ਵੀਰ ਨੇਗੇ ਉਹਨਾਂ ਨੂੰ ਇਹਦੇ ਵਿੱਚੋਂ ਚੰਗੀ ਮੋਟੀਵੇਸ਼ਨ ਮਿਲ ਸਕੇ, ਸੇਧ ਮਿਲ ਸਕੇ। ਤੇ ਮੈਂ ਬੁਲਾਊਂਗਾ ਵੀਡੀਓ ਦੇ ਵਿੱਚ ਬਾਈ ਸੁਖਚੌਲ ਨੂੰ, ਪਿੰਡ ਪੰਡੋਰੀ ਤੋਂ, ਜ਼ਿਲ੍ਹਾ ਬਰਨਾਲਾ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਆਂਗੇ। ਬਾਈ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ। ਬਹੁਤ ਬਹੁਤ ਥੈਂਕ ਯੂ ਬਾਈ, ਪਹਿਲਾਂ ਤਾਂ ਤੁਸੀਂ ਹੈ ਨਾ ਆਪਣੇ ਲਈ ਇੰਟਰਵਿਊ ਕਰਨ ਲਈ ਆਏ ਆਪਣੇ ਕੋਲ ਚੱਲ ਕੇ, ਧੰਨਵਾਦ ਜੀ ਬਹੁਤ ਬਹੁਤ ਵੀਰੇ। ਤੇ ਬਾਈ ਸੁਖ, ਜਿੱਦਾਂ ਆਪਾਂ ਬੈਠਿਆਂ ਨੇ ਚਾਹ ਪੀਂਦਿਆਂ ਨੇ ਗੱਲਾਂ ਬਾਤਾਂ ਕਰੀਆਂ, ਤੁਸੀਂ ਦੱਸਿਆ ਕਿ ਪਹਿਲਾਂ ਤੁਸੀਂ ਵੀ ਥੋੜ੍ਹਾ ਜਿਹਾ ਆਪਣੀ ਲਾਈਫ ਦੇ ਵਿੱਚ ਪਜ਼ਲ ਹੋ ਗਏ ਸੀਗੇ। ਹਾਂਜੀ ਠੀਕ ਹੈ, ਕਈ ਆਪਾਂ ਇਸ ਤਰ੍ਹਾਂ ਦੇ ਰਾਹ ਦੇ ਵਿੱਚ ਗਲਤ ਪਾਸੇ ਨੂੰ ਪੈ ਜਾਂਦੇ ਹੈਗੇ, ਬਟ ਉਹਦੇ ਵਿੱਚੋਂ ਤੁਸੀਂ ਮੁੜ ਕੇ ਆਏ ਹੋਗੇ। ਅਤੇ ਅੱਜ ਕੱਲ੍ਹ ਹੁਣ ਮੈਂ ਇੰਸਟਾਗ੍ਰਾਮ ਦੇ ਉੱਤੇ ਦੇਖਿਆ ਤੁਹਾਡਾ ਪ੍ਰੋਫਾਈਲ, ਮੈਂ ਤੁਹਾਨੂੰ ਫੋਲੋ ਕੀਤਾ ਹੋਇਆ ਸੀਗਾ। ਠੀਕ ਹੈ, ਉੱਥੋਂ ਹੀ ਤੁਹਾਡੇ ਨਾਲ ਜਿਹੜੀ ਮੇਰੀ ਮੁਲਾਕਾਤ ਹੋਈ ਹੈਗੀ। ਅਤੇ ਜਿੱਦਾਂ ਤੁਸੀਂ ਆਪਾਂ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆਂਗੇ ਵੀ ਜਿੱਦਾਂ ਹੁਣ ਮੈਂ ਨਹੀਂ ਜਾਣਦਾ ਬਾਈ ਕੀ ਗੇਮ ਕਰ ਰਹੇ ਨੇ, ਕੀ ਹੋ ਰਿਹਾ ਹੈਗਾ, ਆਪਾਂ ਕਹਿੰਦੇ ਹਾਂ ਵੀ ਕਰਤੱਵ ਕਰਦਾ ਜਾਂ ਮੁੰਡਾ ਸਟੰਟ ਕਰਦਾ ਗਾ। ਠੀਕ ਹੈ, ਵਧੀਆ ਬਾਈ ਨੇ ਆਪਣੀ ਜਿਹੜੀ ਸਿਹਤ ਦਾ ਖਿਆਲ ਰੱਖਿਆ ਹੋਇਆ ਹੈਗਾ, ਬੋਡੀ ਸਟਰਕਚਰ ਹੈਗਾ ਜਿਹੜਾ ਸੋਹਣਾ ਮੇਨਟੇਨ ਰੱਖਿਆ ਹੋਇਆ ਹੈਗਾ। ਤਾਂ ਤੁਸੀਂ ਸਾਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸੋਗੇ ਵੀ ਕੀ ਐਕਟੀਵਿਟੀ ਹੈਗੀ ਜਿਹੜੀ ਚੱਲ ਰਹੀ ਹੈ? ਹਾਂਜੀ ਬਾਈ, ਇਹ ਆਪਣੇ ਚਲੋ ਆਪਾਂ ਹੈ ਨਾ ਆਪਣੇ ਘੱਟ ਪਤਾ ਹੁੰਦਾ ਹੈਗਾ, ਨੌਲੇਜ ਘੱਟ ਆਪਣੀ ਚੀਜ਼ ਦੀ, ਬਟ ਇਹ ਚੀਜ਼ ਨੂੰ ਆਪਾਂ ਕੈਲਿਸਥੈਨਿਕ ਦਾ ਨਾਮ ਦੇ ਸਕਦੇ ਹਾਂਗੇ ਕਿਉਂਕਿ ਫੋਰਨ ਕੰਟਰੀਆਂ ਵਿੱਚ ਬਾਈ ਇਹ ਚੀਜ਼ ਬਹੁਤ ਜ਼ਿਆਦਾ ਪਾਪੂਲਰ ਆ ਗਈ। ਉਹਦੇ ਵਿੱਚ ਬੋਡੀ ਬਿਲਡਿੰਗ ਘੱਟ ਆ ਜਾਂਦੀ ਆ, ਪਰ ਜਿਹੜੀ ਇਹ ਚੀਜ਼ ਹੈ ਕੈਲਿਸਥੈਨਿਕ ਬਹੁਤ ਜ਼ਿਆਦਾ ਜਾਂਦੀ ਆ। ਉਹਦੇ ਉਲਟ ਬਾਈ ਆਪਣੇ ਪੰਜਾਬ 'ਚ ਬੋਡੀ ਬਿਲਡਿੰਗ, ਪਾਵਰ ਲਿਫਟਿੰਗ ਇਹ ਚੀਜ਼ਾਂ ਮੂਹਰੇ ਆ ਜਾਂਦੀਆਂ ਨੇ, ਆਪਣੇ ਕੈਲਿਸਥੈਨਿਕ ਬਿਲਕੁਲ ਵੀ ਨਹੀਂ ਹੈਗੀ। ਠੀਕ ਹੈ, ਮੇਰੀ ਸੋਚ ਵੀ ਬਾਈ ਇਹੀ ਸੀ ਕਿ ਜਦੋਂ ਮੈਂ ਕਰਨ ਲੱਗਿਆ ਸੀ ਵੀ ਕੁਛ ਵੱਖਰੀ ਚੀਜ਼ ਕਰਾਂ ਤਾਂ ਮੈਂ ਬਾਹਰ ਇੰਸਟਾਗ੍ਰਾਮ ਤੇ ਜਾਂ YouTube ਤੇ ਕਹਿ ਲਓ ਵੀ ਇਹ ਵੀਡੀਓ ਦੇਖਦਾ ਹੁੰਦਾ ਸੀਗਾ ਕੈਲਿਸਥੈਨਿਕ ਦੀਆਂ, ਤੇ ਉਹ ਚੀਜ਼ ਨਾਲ ਬਸ ਮੈਂ ਅਟੈਚ ਹੋ ਕੇ ਵੀ ਹਾਂ ਯਾਰ ਕੁਛ ਵੱਖਰਾ ਹੀ ਕਰਨਾ, ਵੀ ਪੰਜਾਬ ਨੂੰ ਕੁਛ ਵੱਖਰੀ ਚੀਜ਼ ਦਈਏ। ਤੇ ਉਹ ਲੈਣ ਤੇ ਬਾਈ ਫਿਰ ਮੈਂ ਚੱਲਿਆ ਤੇ ਕੈਲਿਸਥੈਨਿਕ ਸਿੱਖੀ 2 ਸਾਲਾਂ ਦੇ ਵਿੱਚ, ਹੌਲੀ ਹੌਲੀ ਕਰਕੇ ਆਪਣਾ ਮੂਵ ਸਿੱਖੇ, ਸਕਿੱਲ ਸਿੱਖੀਆਂ। ਤੇ ਜਿੱਦਾਂ ਤੁਸੀਂ ਦੱਸਿਆ ਵੀ 2 ਸਾਲਾਂ ਦੇ ਵਿੱਚ ਤੁਸੀਂ ਕੈਲਿਸਥੈਨਿਕ ਦੇ ਬਾਰੇ ਜਿਹੜੀ ਟ੍ਰੇਨਿੰਗ ਲਈ ਹੈਗੀ, ਸਿੱਖੀ ਹੈਗੀ, ਉਹ ਸਪੈਸ਼ਲ ਕਿਸੇ ਪਰਸਨ ਤੋਂ ਲਈ ਹੈ, ਕੋਈ ਗੁਰੂ ਧਾਰਿਆ ਤੁਸੀਂ ਜਾਂ ਕਿਸ ਤਰ੍ਹਾਂ ਇਹ ਪੋਸੀਬਲ ਹੋਇਆਗਾ? ਨਹੀਂ ਬਾਈ, ਗੁਰੂ ਤਾਂ ਨਹੀਂ ਧਾਰਿਆ, ਬਸ ਇਹ ਸੀਗਾ ਕਿ ਮੈਂ ਜਦੋਂ ਬਹੁਤ ਛੋਟਾ ਹੁੰਦਾ ਸੀ ਬਾਈ, ਇੱਕ ਮਤਲਬ ਕਿ ਬੰਦਾ ਗਾ ਮਾਈਕਲ ਕਹਿ ਦਿੰਦੇ ਆ ਉਹਨੂੰ, ਉਹ ਬਾਹਰਲਾ ਬੰਦਾ ਫੋਰਨ ਕੰਟਰੀ ਦਾ, ਤੇ ਉਹ ਬੰਦੇ ਦੀ ਮੈਂ ਵੀਡੀਓ ਦੇਖੀ ਸੀ ਬਾਈ, ਤੇ ਉਹ ਵੀਡੀਓ ਨੇ ਮੈਨੂੰ ਬਸ ਉਦੋਂ ਤੋਂ ਹੀ ਮੈਨੂੰ ਇਹ ਸ਼ੌਂਕ ਸੀਗਾ ਵੀ ਯਾਰ ਇਹ ਬੰਦੇ ਵਰਗਾ ਬਣਨਾ ਇੱਕ ਵਾਰੀ ਮੈਂ, ਵੀ ਮੇਰੇ 'ਚ ਇੰਨੀ ਮੇਰੇ ਸਰੀਰ 'ਚ ਫੁਰਤੀ ਹੋਈ, ਮੈਂ ਕੋਈ ਇਹ ਚੀਜ਼ ਨਹੀਂ ਹੈਗਾ ਵੀ ਮੇਰੇ 'ਚ ਕੋਈ ਬੋਡੀ ਬਿਲਡਿੰਗ ਹੋਵੇ ਜਾਂ ਇਕੱਲੀ ਸਪੀਡ ਹੋਵੇ, ਮੈਨੂੰ ਇਹ ਚੀਜ਼ ਸੀ ਮੇਰੇ 'ਚ ਫਲੈਕਸੀਬਿਲਿਟੀ ਹੋਵੇ, ਸਟਰੈਂਥ ਹੋਵੇ, ਪਾਵਰ ਹੋਵੇ, ਵੀ ਟੋਟਲ ਚੀਜ਼ ਹੋਵੇ। ਇਹ ਬਸ ਉਹ ਚੀਜ਼ ਨੂੰ ਮੈਨੂੰ ਉਦੋਂ ਤੋਂ ਹੀ ਮੈਨੂੰ ਸ਼ੌਂਕ ਪੈ ਗਿਆ ਵੀ ਇਹ ਕਦੇ ਨਾ ਕਦੇ ਜ਼ਿੰਦਗੀ 'ਚ ਇਹ ਚੀਜ਼ ਬਣਨੀ ਆ। ਤੇ ਫਿਰ ਉਸੇ ਪਰਸਨ ਤੋਂ ਹੀ ਤੁਸੀਂ ਉਹਨੂੰ ਫੋਲੋ ਕੀਤਾ ਜਾਂ ਜਿਹੜੀ ਟ੍ਰੇਨਿੰਗ ਲਈ ਹੈਗੀ ਕਿੱਦਾਂ? ਹਾਂਜੀ ਹਾਂ ਬਾਈ, ਮੈਂ ਸ਼ੁਰੂਆਤ ਕੀਤੀ। ਹਾਂਜੀ ਹਾਂ, ਤੇ ਬਸ ਬਾਈ ਉਹ ਚੀਜ਼, ਉਹ ਵੀਡੀਓ ਦੇਖ ਕੇ ਕੋਈ ਨੋਰਮਲ ਚੀਜ਼ ਕਰਦਾ ਸੀ ਉਹ ਕਰਨੀ ਸਟਾਰਟ ਕਰਤੀ, ਘਰੇ ਸਟਾਰਟ ਕਰਤੀ। ਬਾਕੀ ਜੇ ਕੋਈ ਮੈਨੂੰ ਚੀਜ਼ ਸਕਿੱਲਸ ਨਹੀਂ ਆਉਂਦੀਆਂ ਸੀ, ਮੈਂ YouTube ਤੇ ਸਰਚ ਕਰਨਾ ਕਿ ਇਹ ਚੀਜ਼ ਆ, ਤੇ ਬਸ YouTube ਤੋਂ ਦੇਖ ਕੇ ਬਸ ਇਹ ਚੀਜ਼ਾਂ ਸਿੱਖੀ ਜਾਂਦਾ ਆਪਣੇ ਘਰੇ, ਆਪਣੇ ਇੱਥੇ ਖੇਤ ਆ ਕੇ। ਬਸ ਇਹੀ ਆਪਣਾ ਬਾਈ ਗੁਰੂ ਸੀ, YouTube ਕਹਿ ਸਕਦੇ ਹਾਂ ਵੀ ਉਹ ਗੁਰੂ ਆ, ਬਹੁਤ ਕੁਝ ਸਿੱਖਣ ਨੂੰ ਮਿਲ ਗਿਆ। ਤੇ ਬਾਈ ਜਦੋਂ ਹੁਣ ਸ਼ੁਰੂਆਤ ਹੋਈ ਹੈਗੀ ਇਸ ਐਕਟੀਵਿਟੀ ਦੀ, ਇਸ ਫੀਲਡ ਦੀ ਤੁਹਾਡੀ, ਤਾਂ ਫੈਮਿਲੀ ਵਾਲਿਆਂ ਨੇ ਪੈਰ ਖਿੱਚੇ ਹੋਣਗੇ ਜਾਂ ਆਂਢੀਆਂ ਗੁਆਂਢੀਆਂ ਨੇ ਜਾਂ ਹੋਰ ਆਪਣੇ ਦੋਸਤ ਮਿੱਤਰ ਹੁੰਦੇ ਨੇ ਵੀ ਯਾਰ ਤੂੰ ਕਿਉਂ ਟਾਈਮ ਵੇਸਟ ਕਰੀ ਜਾਂਦਾ? ਹਾਂਜੀ ਬਾਈ, ਬਹੁਤ ਦੇਖੋ ਨਾ, ਹਰੇਕ ਬੰਦੇ ਨੂੰ ਆਪਾਂ ਕੁਛ ਸ਼ੁਰੂ ਕਰਦੇ ਹਾਂ ਤਾਂ ਮੁਸ਼ਕਲਾਂ ਤਾਂ ਬਾਈ ਬਹੁਤ ਆਉਂਦੀਆਂ ਨੇ, ਹੈ ਨਾ। ਆਪਣੇ ਮਤਲਬ ਕਿ ਮੇਰੇ ਨਾਲ ਦੇ ਪਿੰਡ ਦੇ ਬੰਦੇ ਜਾਂ ਹੈ ਨਾ ਰਿਸ਼ਤੇਦਾਰ ਕਹਿੰਦੇ ਸੀਗੇ, ਮੇਰੇ ਡੈਡੀ ਨੂੰ ਵੀ ਬਹੁਤ ਬਾਈ ਕਹਿੰਦੇ ਸੀ ਵੀ ਯਾਰ ਤੇਰਾ ਵੀ ਮੁੰਡਾ ਇਹ ਕਿਹੜੇ ਕੰਮੀ ਪੈ ਗਿਆ, ਵੀ ਪੁੱਠੇ ਵਿਆਹ ਕਰ ਦਿਓ ਵੀ, ਹਾਂ ਵੀ ਇਹਦਾ ਵਿਆਹ ਕਰ ਦਿਓ।
ਵੀ ਇੱਥੇ ਤੱਕ ਕਿ ਬਾਈ ਐ ਲੋਕ ਕਹਿੰਦੇ ਸੀ ਵੀ ਤੂੰ ਜੇ ਖੇਤੀ ਕਰੇਗਾ ਤਾਂ ਅਸੀਂ ਤੇਰੇ ਨਾਲ ਆ, ਜੇ ਤੂੰ ਇਹ ਚੀਜ਼ ਕਰੇਗਾ ਤਾਂ ਅਸੀਂ ਤੇਰੇ ਨਾਲ ਨਹੀਂ ਹੈਗੇ। ਅੱਛਾ। ਵੀ ਤੂੰ ਇਹ ਟਾਈਮ ਵੇਸਟ ਆ ਟੋਟਲੀ, ਵੀ ਇਹਦੇ ਵਿੱਚ ਨਾ ਕੋਈ ਤੇਰਾ ਫਿਊਚਰ ਆ, ਨਾ ਤੈਨੂੰ ਕੋਈ ਫਾਇਦਾ ਮਿਲੇ। ਮੇਰੇ ਡੈਡੀ ਨੂੰ ਬਸ ਲੋਕ ਤਾਨੇ ਮਾਰਦੇ, ਮੰਮੀ ਨੂੰ ਕਿਸੇ ਕਿਹੜੇ ਪੁੱਠੇ ਕੰਮ ਲਾਤਾ, ਤੂੰ ਕੰਮ ਕਰਾਇਆ ਕਰੋ ਘਰੇ, ਮੱਝਾਂ ਨੂੰ ਸੰਨੀ ਕਾ ਕੋਈ ਕੰਮ ਵਧੀਆ ਮਚਿਓਰ ਹੋ ਜਾਊਗਾ, ਆੜਤੀਆਂ ਦੇ ਨਾਲ ਲੈ ਕੇ ਜਾਇਆ ਕਰੋ ਬੈਂਕਾਂ 'ਚ, ਇਹਨੂੰ ਸਮਝ ਲੱਗੂ ਵੀ ਦੁਨੀਆਦਾਰੀ ਕਿਵੇਂ ਚੱਲਦੀ ਆ। ਠੀਕ ਹੈ। ਇਹ ਚੀਜ਼ਾਂ ਬਾਈ ਬਹੁਤ ਸੁਣਨ ਨੂੰ ਮਿਲੀਆਂ। ਤੇ ਜਿੱਦਾਂ ਬਾਈ ਤੁਸੀਂ ਦੱਸਿਆ ਸੀਗਾ ਵੀ ਤੁਸੀਂ ਅੱਜ ਤੋਂ ਕਾਫੀ ਟਾਈਮ ਪਹਿਲਾਂ 2 ਸਾਲ 3 ਸਾਲ ਪਹਿਲਾਂ ਜਾਂ ਕਹਿ ਲਈਏ ਵੀ ਤੁਸੀਂ ਥੋੜਾ ਜਿਹਾ ਨਸ਼ੇ ਵਾਲੇ ਪਾਸੇ ਨੂੰ ਵੀ ਹੋ ਗਏ ਸੀਗੇ, ਵੀ ਕੀ ਉਹ ਕਿਸ ਤਰ੍ਹਾਂ ਦਾ ਟਾਈਮ ਸੀਗਾ ਉਹ? ਹਾਂਜੀ ਬਾਈ, ਉਹ ਜਦੋਂ ਬਾਈ ਮੈਂ ਪਹਿਲਾਂ ਕਬੱਡੀ ਖੇਡਦਾ ਰਹਾਂਗਾ ਤੇ 4 ਸਾਲ ਮੈਂ ਕਬੱਡੀ ਜੁਆਇਨ ਕੀਤੀ ਹਨਾ ਬਾਈ। ਕਬੱਡੀ ਤੋਂ ਬਾਅਦ ਚਲੋ ਕੁਛ ਨਹੀਂ ਬਣਿਆ ਹਨਾ, ਉਸ ਤੋਂ ਬਾਅਦ ਚ ਉਹੋ ਜਿਹੇ ਨਾਲ ਫਰੈਂਡ ਮਿਲੇ ਤਾਂ ਜਿੰਨਾ ਕਰਕੇ ਮੈਂ ਪੂਰੇ ਟੋਟਲੀ 4 ਸਾਲ ਮਤਲਬ ਕਿ ਨਸ਼ੇ ਦਾ ਪੂਰੀ ਤਰ੍ਹਾਂ ਐਡਿਕਟ ਹੋ ਗਿਆ ਸੀਗਾ ਬਾਈ। ਟੋਟਲੀ ਨਸ਼ਾ 4 ਸਾਲਾਂ ਦੇ ਵਿੱਚ ਜਿਹੜਾ ਬਸ ਨਸ਼ਾ ਮਿਲ ਜਾਣਾ ਉਹੀ ਕਰ ਲੈਣਾ, ਜਿਹੜਾ ਮਿਲ ਜਾਣਾ ਉਹੀ ਕਰ ਲੈਣਾ। ਜਿੱਦਾਂ ਹੁਣ ਆਪਣੇ ਪੰਜਾਬ ਦੇ ਉੱਤੇ ਇੱਕ ਮੂਵੀ ਬਣੀ ਸੀਗੀ ਚਿੱਟੇ ਦੇ ਉੱਤੇ, ਤਾਂ ਤੁਸੀਂ ਉਸ ਤਰ੍ਹਾਂ ਦੇ ਨਸ਼ੇ ਦੇ ਵਿੱਚ ਵੀ? ਹਾਂਜੀ ਹਾਂ ਬਾਈ, ਜਿਵੇਂ ਆਪਾਂ ਕਹਿ ਲਏ ਵੀ ਟੋਟਲੀ ਬਹੁਤ ਲੋ ਲੈਵਲ ਤੋਂ ਨਸ਼ੇ ਤੋਂ ਲੈ ਕੇ ਪੂਰਾ ਹਾਈ ਰੇਟਡ ਨਸ਼ਾ ਹੁੰਦਾ ਹੈਗਾ, ਉਹ ਨਸ਼ੇ ਤੱਕ ਵੀ ਮੈਂ ਮਤਲਬ ਕਿ ਕਹਿਣ ਦਾ ਭਾਵ ਬਾਈ ਵੀ ਕੋਈ ਇਹੋ ਜਿਹਾ ਨਸ਼ਾ ਨਹੀਂ ਹੈਗਾ ਜਿਹੜਾ ਮੈਂ ਆਪਦੀ ਬੋਡੀ ਤੇ ਟਰਾਈ ਨਾ ਕੀਤਾ ਹੋਵੇ। ਉਹਦਾ ਕਾਰਨ ਕੀ ਰਿਹਾ ਵੀ ਕਿਉਂ ਉਸ ਪਾਸੇ ਨੂੰ ਚਲੇ ਗਏ? ਉਹਦਾ ਕਾਰਨ ਬਸ ਬਾਈ ਇਹੀ ਸੀਗਾ ਕਿ ਪਹਿਲਾਂ ਤਾਂ ਵੀ ਚੱਲ ਯਾਰ ਕੁਛ ਬਣਦਾ ਨਹੀਂ ਹੈਗਾ, ਕਬੱਡੀ ਖੇਡਦੇ ਹੁੰਦੇ ਸੀਗੇ, ਕਈ ਵਾਰ ਟੈਨਸ਼ਨ 'ਚ ਹੋਣਾ ਜਾਂ ਉੱਥੇ ਕਿਸੇ ਨੇ ਕਹਿਣਾ ਵੀ ਬਾਈ ਤੂੰ ਜਰਾ ਆਹ ਟੀਕਾ ਲਾ ਕੇ ਦੇਖ, ਬਹੁਤ ਟਾਈਮ ਹੋ ਗਿਆ ਤੂੰ ਆਏ, ਬਸ ਉਹ ਚੀਜ਼ਾਂ ਨੂੰ ਵੀ ਹਾਂ ਤਕੜਾ ਖੇਡਾਂਗੇ, ਵਧੀਆ ਖੇਡਾਂਗੇ, ਵੀ ਆਪਣੀ ਪਰਫਾਰਮੈਂਸ ਨੂੰ ਇਨਕਰੀਜ਼ ਕਰਨ ਵਾਸਤੇ ਤੁਸੀਂ ਇਨਕਰੀਜ਼ ਕਰਨ ਵਾਸਤੇ ਬਸ ਨਸ਼ੇ ਦਾ ਸਹਾਰਾ ਲੈ ਲੈਂਦੇ। ਜਦੋਂ ਬੇਚੈਨੀ ਹੁੰਦੀ ਸੀ ਜਾਂ ਹਾਰ ਜਾਂਦੇ ਸੀਗੇ ਉਦੋਂ ਫਿਰ ਹੋਰ ਤਰੀਕੇ ਦਾ ਨਸ਼ਾ ਕਰਨਾ ਵੀ ਯਾਰ ਨੀਂਦ ਆ ਜਾਏ ਵਧੀਆ, ਉਹ ਚੀਜ਼ 'ਚ ਸੋਚੇ ਨਾ ਹਾਂ ਵੀ ਇੰਨਾ ਟਾਈਮ ਹੋ ਗਿਆ ਖੇਡਦਿਆਂ ਨੂੰ, ਬਸ ਇਹ ਚੀਜ਼ 'ਚ ਹੀ ਬਾਈ ਨਸ਼ੇ ਵੱਲ ਪੈ ਗਏ। ਤੇ ਬਾਕੀ ਹੋਰ ਗੱਲਾਂ ਬਾਤਾਂ ਬਹੁਤ ਹੋ ਜਾਂਦੀਆਂ ਜ਼ਿੰਦਗੀ 'ਚ, ਕੋਈ ਮਾੜੀ ਘਰੋਂ ਲੜ ਪਏ, ਕੋਈ ਆਪਣੇ ਹੋਰ ਪਰਸਨਲ ਲਾਈਫ 'ਚ ਕੋਈ ਪ੍ਰੋਬਲਮ ਆ ਗਈ ਤਾਂ ਚਲੋ ਵੀ ਉਹਨਾਂ ਨੂੰ ਤੁਸੀਂ ਮੰਨ ਲਓ ਉਹਨਾਂ ਤੋਂ ਥੋੜਾ ਜਿਹਾ ਆਪਾਂ ਕਹਿ ਲਈਏ ਵੀ ਰਿਲੈਕਸੇਸ਼ਨ ਪਾਉਣ ਵਾਸਤੇ ਬਸ ਨਸ਼ਾ ਕਰਨ ਸਾਰਾ ਲੈਣ ਲੱਗ ਗਏ। ਠੀਕ ਹੈ। ਤੇ ਫਿਰ ਜਦੋਂ ਇਸ ਪਾਸੇ ਨੂੰ ਆਏ ਹੋਗੇ ਤਾਂ ਜਿੱਦਾਂ ਕਹਿ ਲਈਏ ਵੀ ਨਸ਼ਾ ਛੱਡਣਾ ਕਿਸੇ ਵਾਸਤੇ ਵੀ ਬਹੁਤ ਔਖੀ ਗੱਲ ਹੁੰਦੀ ਹੈ, ਕਿਉਂਕਿ ਜਿਹੜੇ ਹੁਣ ਨੌਜਵਾਨ ਐਡਿਕਟਡ ਹੋ ਜਾਂਦੇ ਨੇਗੇ ਉਹਨਾਂ ਨੂੰ ਤਲਬ ਉੱਠਦੀ ਹੈਗੀ ਵੀ ਅਸੀਂ ਵਾਰ-ਵਾਰ ਨਸ਼ਾ ਕਰੀਏ ਜਾਂ ਇਸ ਮੰਨ ਲਓ ਉਹਨੂੰ ਛੱਡ ਨਹੀਂ ਪਾਉਂਦੇ ਹੈਗੇ, ਕਹਿਣ ਦਾ ਭਾਵ ਉਹ। ਤਾਂ ਤੁਸੀਂ ਆਪਣੇ ਆਪ ਨੂੰ ਕਿੱਦਾਂ ਮੂਵ ਔਨ ਕੀਤਾ, ਕਿੱਦਾਂ ਰਿਕਵਰ ਕੀਤਾ? ਇਹ ਬਾਈ ਦੇਖੋ ਐਵੇਂ ਹੁੰਦਾ ਹਨਾ, ਜੇ ਆਪਾਂ ਕਹਿ ਦਿੰਦੇ ਆ ਵੀ ਸੈਂਟਰਾਂ ਦੇ ਵਿੱਚ ਜਾ ਕੇ ਨਹੀਂ ਚਿੱਟਾ ਸੁੱਟਦਾ ਹਨਾ, ਤੇ ਜੇ ਕੋਈ ਕਿਸੇ ਦੇ ਕਹਿਣ ਨਾਲ ਵੀ, ਕਿਉਂਕਿ ਜਦੋਂ ਉਹ ਟਾਈਮ ਇਹੋ ਜਿਹਾ ਹੁੰਦਾ ਜਦੋਂ ਆਪਾਂ ਨੂੰ ਕੋਈ ਕਹਿੰਦਾ ਵੀ ਬਾਈ ਤੂੰ ਇਹ ਗਲਤ ਕੰਮ ਕਰਦਾ ਤਾਂ ਆਪਾਂ ਨੂੰ ਬੁਰਾ ਲੱਗਦਾ ਇਨਸਾਨ। ਇਹ ਚੀਜ਼ ਹੋ ਜਾਂਦੀ ਆ। ਮੁੜ ਕੇ ਤੋਂ ਬਹੁਤ ਟਾਈਮ ਹੋ ਗਿਆ ਕਰਦਿਆਂ ਨੂੰ, ਮੁੜ ਕੇ ਬਾਈ ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪਣੇ ਦਿਲ ਤੇ ਸੱਟਾਂ ਮਾਰਦੀਆਂ ਨੇ। ਜਿਵੇਂ ਕਿ ਆਪਣਾ ਬਾਪੂ ਜਦੋਂ ਮੇਰਾ ਬਾਹਰ ਜਾਂਦਾ ਸੀ ਜਾਂ ਉਹਨੂੰ ਲੋਕ ਕਹਿੰਦੇ ਸੀ ਯਾਰ ਤੂੰ ਵੀ ਤੇਰਾ ਮੁੰਡਾ ਇਹ ਆ ਉਹ ਆ, ਉਹਨਾਂ ਨੇ ਰੋਣਾ ਘਰੇ ਪੂਰਾ ਟੋਟਲੀ ਮਤਲਬ ਕਿ 3-4 ਸਾਲ ਬਸ ਐ ਇਹ ਨਹੀਂ ਸੀ ਹੁੰਦਾ ਵੀ ਕੋਈ ਹੱਸਦਾ ਸੀਗਾ। ਉਹ ਗੱਲਾਂ ਹੋ ਜਾਂਦੀ। ਇੱਕ ਵਾਰੀ ਐਵੇਂ ਕੋਈ ਗੱਲ ਹੋਈ, ਅਸੀਂ ਇੱਧਰ ਚਲੇ ਗਏ ਡਰੱਗਸ ਦੇ ਬਸ ਲੈਣ, ਤੇ ਰਾਤ ਨੂੰ ਸਾਨੂੰ ਉੱਥੇ ਹਨੇਰਾ ਹੋ ਗਿਆ। ਰਾਤ ਨੂੰ ਉੱਥੇ ਰਾਹ 'ਚ ਅੱਡਾ ਸੀਗਾ ਤੇ ਅਸੀਂ ਕੀ ਕੀਤਾ, ਠੰਡ ਬਹੁਤ ਸੀਗੀ, ਧੁੰਦ ਸੀਗੀ ਬਹੁਤ, ਉੱਥੋਂ ਕੀਤਾ ਕੋਈ ਐਵੇਂ ਗਹਾਰਾ ਹੁੰਦਾ ਜਿਹੜਾ ਆਪਣਾ ਸਮਝ ਲਓ ਕਹਿਣਾ ਪਾਥੀਆਂ ਦਾ, ਉਹਦੇ ਉੱਪਰ ਕਿਸੇ ਦੇ ਉਹ ਪੂਰੀ ਭਾਰੀ ਜਾਂ ਕੋਈ ਵੀ ਆਪਣਾ ਟੂਟਾ ਸਿੱਟ ਦਿੰਦਾ ਬੰਦਾ, ਤੇ ਉਹ ਦਿੱਤਾ ਹੋਇਆ ਸੀ। ਅੱਡੇ 'ਚ ਪੋਸਟਰ ਲੱਗੇ ਹੋਏ ਸੀ, ਅਸੀਂ ਬਾਈ ਅੱਡੇ ਤੋਂ ਪੋਸਟਰ ਪਾੜੇ ਤੇ ਉਹ ਕੱਪੜੇ ਸੀ ਰਾਹ ਜਾਂਦੇ ਜੁੰਦੇ ਕੋਈ ਇਕੱਠੇ ਕਰੀ ਗਏ, ਉੱਥੇ ਅੱਡੇ 'ਚ ਉੱਥੇ ਪਏ ਤੇ ਰਾਤ ਕੱਟੀ। ਉਹ ਰਾਤ ਮੈਂ ਸੋਚਿਆ ਵੀ ਯਾਰ ਵੀ ਤੇਰੇ ਮਾਂ ਪਿਓ ਨੇ ਤੇਰਾ ਸਾਰਾ ਸ਼ੌਂਕ ਪੂਰੇ ਕੀਤੇ ਹੁਣ ਤੱਕ ਦੇ, ਤੈਨੂੰ ਲਾਡਾਂ ਨਾਲ ਪਾਲਿਆ, ਤੈਨੂੰ ਕੋਈ ਜ਼ਿੰਦਗੀ 'ਚ ਕਮੀ ਨਹੀਂ ਆਉਂਦੀ, ਕਿਉਂਕਿ ਜੇ ਆਪਣੇ ਕੋਲੇ ਪੈਸੇ ਸੀ ਫੇਰ ਹੀ ਆਪਾਂ ਹਾਂਜੀ ਹਾਂ ਵੀ ਪੈਸੇ ਦਿੱਤੇ, ਕੋਈ ਚੀਜ਼ ਕਹੀ ਆ ਤੈਨੂੰ ਪਹਿਲੇ ਬੋਲ ਮਿਲੀ ਹੈਗੀ, ਵੀ ਜੇ ਇਹ ਚੀਜ਼ ਹੁਣ ਤੇਰੇ ਮਾਂ ਪਿਓ ਨੂੰ ਉਹਨਾਂ ਨੂੰ ਪਤਾ ਲੱਗੇ ਵੀ ਤੂੰ ਆਹ ਕੰਡੀਸ਼ਨ 'ਚ ਇੱਥੇ ਪਿਆਗਾ, ਵੀ ਤਾਂ ਉਹਨਾਂ ਦਾ ਮਰਨ ਇੱਕ ਤਰ੍ਹਾਂ ਦਾ ਯਾਰ। ਵੀ ਬਾਕੀ ਕੀ ਜ਼ਿੰਦਗੀ ਆ ਵੀ ਤੂੰ ਸਾਰੀ ਜ਼ਿੰਦਗੀ ਇਹ ਚੀਜ਼ ਕਰਦਾ ਰਹੇਗਾ। ਬਸ ਭੈਣਾਂ ਦਾ ਹੋ ਜਾਂਦਾ ਸੀਗਾ, ਭੈਣਾਂ ਬਹੁਤ ਰੋਂਦੀਆਂ ਸੀ ਬਾਈ ਹਨਾ। ਮੈਂ ਦੇਖਿਆ ਸੀ ਤੁਹਾਡੇ 4 ਸਿਸਟਰ ਨੇ ਗਿਆ। ਹਾਂਜੀ 4 ਸਿਸਟਰ ਬਾਈ, ਉਹਨਾਂ ਦਾ ਟੈਟੂ ਵੀ ਬਣਾਇਆ ਮੈਂ ਹਨਾ, ਕਿਉਂਕਿ ਮੇਰੀਆਂ ਹੀਰੋਜ਼ ਰਹੀਆਂ ਨੇ ਬਾਈ ਉਹ, ਉਹਨਾਂ ਨੇ ਮੈਨੂੰ ਹਰ ਟਾਈਮ ਮੋਟੀਵੇਟ ਕੀਤਾ ਵੀ ਇਹ ਚੀਜ਼ ਹੁੰਦੀ ਹੈ। ਚਲੋ ਜਦੋਂ ਨਸ਼ੇ ਸੀ ਉਹ ਤਾਂ ਕੋਈ ਕਿਸੇ ਦੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਵੀ ਇਹਦਾ ਉਹੀ ਬੋਲੀ ਜਾਂਦੇ ਆ, ਬਟ ਜਦੋਂ ਮੈਂ ਉਹਨਾਂ ਦਾ ਸਾਥ ਮੰਗਿਆ ਵੀ ਹਾਂ ਮੈਨੂੰ ਇਹ ਚੀਜ਼ ਚਾਹੀਦਾ, ਉਹਨਾਂ ਨੇ ਇਹ ਨਹੀਂ ਸੀਗਾ ਵੀ ਮੂੰਹ ਮੋੜ ਲਿਆ ਵੀ ਤੂੰ ਤਾਂ ਇਹੋ ਜਿਹਾ ਹੈਗੀ ਆ, ਚੱਲ ਜਿਹੜਾ ਕੋ ਸਾਨੂੰ ਨਹੀਂ ਤੇਰੇ ਤੋਂ ਲੈਣਾ ਦੇਣਾ, ਨਹੀਂ ਉਹਨਾਂ ਨੇ ਇਹ ਗੱਲ ਨਹੀਂ ਕਹੀ, ਉਹਨਾਂ ਨੇ ਬਸ ਵਧੀਆ ਮੇਰਾ ਸਾਥ ਦਿੱਤਾ ਵੀ ਹਾਂ ਯਾਰ ਅਸੀਂ ਤੇਰੇ ਨਾਲ ਆ, ਵੀ ਕੋਈ ਵੱਡੀ ਗੱਲ ਨਹੀਂ, ਫਿਰ ਕੀ ਹੋਗਾ ਜੇ ਬੰਦਾ ਗਲਤ ਪਾਸੇ ਲੱਗ ਹੀ ਜਾਂਦਾ ਹੈਗਾ। ਵਧੀਆ ਮੈਨੂੰ ਉਹ ਦਵਾਈ ਜਾਂ ਕੁਛ ਵੀ ਜਿਵੇਂ ਵੀ ਕਹਿ ਲਓ, ਮਤਲਬ ਚਲੋ ਜੋ ਵੀ ਉਹ ਕਰ ਸਕਦੇ ਸੀ ਆਪਣੇ ਪੱਕਾ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਕੀਤਾ। ਹਾਂ ਇਸ ਤੋਂ ਇਲਾਵਾ ਬਈ ਇੱਕ ਹੋਰ ਪਰਸਨ ਸੀ ਮੇਰੀ ਜ਼ਿੰਦਗੀ 'ਚ ਹਨਾ, ਤੇ ਜਿਨ੍ਹਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ, ਉਹਨਾਂ ਦਾ ਵੀ ਮੈਂ ਟੈਟੂ ਬਣਾਇਆ ਮੋਟੀਵੇਸ਼ਨਲ ਗੁਰੀ। ਓਕੇ। ਤੇ ਉਹ ਮਤਲਬ ਕਿ ਉਹਨਾਂ ਨੇ ਮੈਨੂੰ ਜਦੋਂ ਇਹ ਗਲਤ ਕੰਮ ਸੀਗਾ ਉਦੋਂ ਵੀ ਮੇਰੇ ਨਾਲ ਹੀ ਸੀਗੇ, ਉਹਨਾਂ ਨੇ ਮੈਨੂੰ ਦੱਸਿਆ ਵੀ ਯਾਰ ਇਦਾਂ ਨਹੀਂ ਹੁੰਦਾ, ਇਹ ਚੀਜ਼ ਨਹੀਂ ਕਰੀਦੀ ਹੁੰਦੀ, ਮਤਲਬ ਕਿ ਉਹਨਾਂ ਦਾ ਵੀ ਬਹੁਤ ਯਾਰ ਬਹੁਤ ਜ਼ਿਆਦਾ ਸਾਥ ਰਿਹਾ ਮੇਰੀ ਲਾਈਫ ਦੇ ਵਿੱਚ। ਠੀਕ ਹੈ।
ਤੇ ਮਤਲਬ ਕਿਵੇਂ ਨਾ ਕਿਵੇਂ ਕਰਕੇ ਤੁਸੀਂ ਵਾਪਸ ਆਪਣੀ ਜਿਹੜੀ ਜ਼ਿੰਦਗੀ ਹੈਗੀ ਉਹ ਟਰੈਕ ਤੇ ਲਿਆਂਦੀ। ਹਾਂਜੀ ਹਾਂ, ਬਸ ਇਹੀ ਚੀਜ਼ ਸੀ ਬਾਈ, ਇਹ ਗੱਲਾਂ ਦਿਲ ਤੇ ਸੱਟਾਂ ਵੱਜੀਆਂ ਵੀ ਯਾਰ ਤੂੰ ਆਇਆ ਹੁੰਦਾ ਜੇ ਵੀ ਬਹੁਤ ਯਾਰ ਵੀ ਦੁਖੀ ਵਾਲੀ ਗੱਲ ਹੋ ਜਾਂਦੀ ਆ ਬਾਈ, ਹਨਾ, ਜਦੋਂ ਬੰਦੇ ਨੂੰ ਆਪ ਨੂੰ ਪਤਾ ਲੱਗ ਗਿਆ ਵੀ ਯਾਰ ਤੂੰ ਕਿੱਥੇ ਪਹੁੰਚ ਚੁੱਕਿਆ, ਵੀ ਤੇਰੀ ਕੀ ਜ਼ਿੰਦਗੀ ਸੀ। ਆਪਾਂ ਕਹਿ ਸਕਦੇ ਹਾਂ ਵੀ ਆਪਾਂ ਕਿਸੇ ਕੋਈ ਆਪਣਾ ਮੋਟਿਵ ਹੁੰਦਾ, ਜਿੱਦਾਂ ਤੁਸੀਂ ਦੱਸਿਆ ਕਬੱਡੀ ਖੇਡਦੇ ਸੀ ਆਪਾਂ, ਉਹ ਆਪਣੀ ਫੀਲਡ ਦੇ ਵਿੱਚ ਕਾਮਯਾਬ ਕਈ ਵਾਰੀ ਨਹੀਂ ਹੁੰਦੇ ਤਾਂ ਆਪਾਂ ਨੂੰ ਮਾਯੂਸੀ ਹੁੰਦੀ ਆ ਥੋੜੀ ਜਿਹੀ, ਹਨਾ। ਹਾਂਜੀ ਹਾਂ, ਤਾਂ ਕਿਤੇ ਨਾ ਕਿਤੇ ਉਹ ਚੀਜ਼ ਵੀ ਇਹਦਾ ਕਾਰਨ ਰਹੀ। ਹਾਂਜੀ ਹਾਂ ਬਾਈ, ਉਹ ਬਹੁਤ ਵੱਡਾ ਕਾਰਨ ਰਹੀ, ਹਨਾ। ਤੇ ਬਾਕੀ ਬਾਈ ਇਹ ਹੁੰਦਾ ਵੀ ਆਪਾਂ ਜਦੋਂ ਜਵਾਨੀ ਹੁੰਦੀ ਆ ਬੰਦੇ ਨੂੰ ਐ ਹੁੰਦਾ ਵੀ ਯਾਰ ਬਸ ਵੀ ਇੰਜੋਏ ਕਰ ਲਾਈਫ ਨੂੰ, ਇੱਕ ਵਾਰੀ ਮਿਲਿਆ ਤੈਨੂੰ ਲਾਈਫ, ਵੀ ਕੁਛ ਨਹੀਂ ਹੁੰਦਾ ਕਰ। ਨਾਲ ਦੇ ਆਪਣੇ ਬੰਦੇ ਕਹਿੰਦੇ ਚਲੋ ਜੀਤਾ ਬੰਦਾ ਕੋਈ ਤਾਂ ਕਿਸੇ ਨੂੰ ਲਾ ਨਹੀਂ ਸਕਦਾ ਬਾਈ, ਹਨਾ, ਬਟ ਇਹ ਹੁੰਦਾ ਵੀ ਬਸ ਜਿਹੜਾ ਕੁਛ ਹੁੰਦਾ ਵਧੀਆ ਲਾਈਫ ਇੰਜੋਏ ਕਰੋ, ਤੇਰੇ ਕੋਲ ਪੈਸਾ ਹੈਗਾ ਚਲੋ ਵਧੀਆ। ਤਾਂ ਉਹ ਆਪਾਂ ਕਿਤੇ ਨਾ ਕਿਤੇ ਕਹਿ ਲਈਏ ਵੀ ਇੰਜੋਏ ਨੂੰ ਤੁਸੀਂ ਇਹ ਸਮਝ ਲਿਆ ਵੀ ਨਸ਼ਾ ਕਰਕੇ ਹੀ ਇੰਜੋਏ ਕਰ ਸਕਦਾ, ਬਟ ਹੁਣ ਉਹੀ ਗੱਲ ਬਾਈ ਉਲਟਾ। ਹੁਣ ਮੈਨੂੰ ਜਦੋਂ ਮੈਂ ਇਹ ਚੀਜ਼ ਸੋਚਦਾ ਮੈਂ ਕਹਿੰਦਾ ਯਾਰ ਵੀ ਜ਼ਿੰਦਗੀ 'ਚ ਬਹੁਤ ਕੁਛ ਆ ਵੀ ਜਿਹਦੇ ਨਾਲ ਆਪਾਂ ਇੰਜੋਏ ਕਰ ਸਕਦੇ। ਇੰਜੋਏ ਦਾ ਸੋਰਸ ਇਕੱਲਾ ਨਸ਼ਾ ਨਹੀਂ ਮੰਨ ਸਕਦੇ। ਇਹੀ ਹੁੰਦਾ ਸੀ ਵੀ ਨਸ਼ਾ ਕਰ ਲਓ, ਨੀਂਦ ਵਧੀਆ ਬਸ ਪਏ ਰਵਾਂਗੇ, ਕੋਈ ਟੈਨਸ਼ਨ ਨਹੀਂ, ਕੋਈ ਬੋਲੀ ਜਾਵੇ ਗਾਲਾਂ ਦੇਈ ਜਾਵੇ। ਬਟ ਹੁਣ ਉਹਦੇ ਨਾਲ ਵੱਧ ਇੰਜੋਏਮੈਂਟ ਹੁੰਦਾ ਜਦੋਂ ਕੋਈ ਐ ਪਿਆਰ ਮਿਲਦਾ ਲੋਕਾਂ ਦਾ, ਹਨਾ, ਕੋਈ ਵਧੀਆ ਕੰਮ ਕਰਦਾ, ਮਾਂ ਪਿਓ ਖੁਸ਼ ਹੁੰਦਾ। ਹਾਂ, ਜਿੱਦਾਂ ਆਪਾਂ ਗੱਲ ਕਰੀਏ ਬਾਈ ਸੁੱਖ, ਜਿਵੇਂ ਤੁਸੀਂ ਨਸ਼ਾ ਕਰਦੇ ਸੀ ਉਦੋਂ ਲੋਕਾਂ ਦਾ ਰਵੱਈਆ ਹੋਰ ਸੀਗਾ ਤੇ ਹੁਣ ਕੁਝ ਹੋਰ ਆ, ਉਹਦਾ ਫਰਕ ਲੱਗ ਰਿਹਾ ਹੈਗਾ ਬਾਈ? ਟੋਟਲੀ ਫਰਕ ਪੈ ਗਿਆ, ਹਨਾ। ਪਹਿਲਾਂ ਜਿਵੇਂ ਕੋਈ ਯਾਰ ਦੋਸਤ ਵੀ ਸੀਗੇ ਉਹ ਵੀ ਬੁਲਾਉਣੋਂ ਹਟ ਗਏ, ਆਸ-ਪਾਸ ਦੇ ਜਿਵੇਂ ਕੋਈ ਰਿਸ਼ਤੇਦਾਰੀ ਹੋਣਾ ਬਾਈ, ਆਪਣੇ ਘਰੇ ਚਾਹ ਵੀ ਨਹੀਂ ਆ ਕੇ ਪੀਂਦੇ ਸੀ ਉਹ, ਨਾਲ ਦੇ ਘਰੇ ਆਉਣਾ ਵੀ। ਚਲੋ ਸਾਡੇ ਵੀ ਪੇਰੈਂਟਸ ਕਹਿਣਗੇ ਵੀ ਅਸੀਂ ਸੁੱਖ ਕੋਲੇ ਗਏ ਤਾਂ ਸਾਡੇ ਵੀ ਆਟੇ ਨਾਲ ਜਿਵੇਂ ਕਹਿੰਦੇ ਪ੍ਰੇਸ਼ਨ ਤੋਂ ਲੱਗਣ ਤੋਂ ਡਰਦੇ ਸੀ ਬਾਈ, ਮਤਲਬ ਕਿ ਆਉਣਾ ਉਹਨਾਂ ਨੇ ਨਾਲ ਦੇ ਘਰੇ ਚਾਹ ਪੀ ਕੇ ਮਿਲ ਕੇ ਆਉਣਾ ਤੇ ਆਪਣੇ ਘਰੇ ਬਸ ਮਾੜਾ ਮੋਟਾ ਮਿਲ ਕੇ ਚਲੇ ਜਾਣਾ। ਪਿੰਡ ਦੇ ਲੋਕਾਂ ਨੇ ਵੀ ਕੋਈ ਬਸ ਜੇ ਕੋਈ ਮਿਲਣਾ ਤਾਂ ਹਮੇਸ਼ਾ ਬਸ ਇੱਕ ਹੀ ਗੱਲ ਪੁੱਛਣੀ ਵੀ ਆਪਣੇ ਡੈਡੀ ਨੂੰ, ਜੇ ਕੋਈ ਉਸਨੇ ਮਿਲਣਾ ਵੀ ਹਾਂਜੀ ਤੇਰਾ ਮੁੰਡਾ ਕਿਵੇਂ ਆ ਯਾਰ, ਵੀ ਗਲਤ ਕੰਮ ਪੈ ਗਿਆ ਉੱਥੇ ਯਾਰ, ਉਹ ਕਰਦਾ ਸੀਗਾ, ਮੈਂ ਸੁਣਿਆ ਸੂਏ ਤੇ ਬੈਠਾ ਹੁੰਦਾ ਰਾਤ ਨੂੰ 1 ਵਜੇ ਆਉਂਦਾ ਵੀ ਦਿੰਦੇ ਆ ਵੀ ਉਹ ਫਲਾਣੇ ਸੈਂਟਰ ਤੇ ਹਾਂ ਵੀ ਯਾਰ ਤੁਹਾਡੇ ਮੁੰਡੇ ਨੂੰ ਸੈਂਟਰ ਛੱਡ, ਵੀ ਤੂੰ ਗਲਤ ਕੰਮ ਲਾ ਲਿਆ, ਉਹਨੂੰ ਮਾੜਾ ਜਿਹਾ ਕੰਮ 'ਚ ਖਿੱਚਿਆ ਕਰ, ਜੇ ਬੋ ਨੂੰ ਘੂਰਿਆ ਕਰ। ਬਹੁਤ ਤਰ੍ਹਾਂ ਦੀਆਂ ਬਾਈ ਗੱਲਾਂ ਸਾਹਮਣੇ ਆਈਆਂ। ਤੇ ਜਿਹੜਾ ਹੁਣ ਅੱਜ ਆਪਾਂ ਹੁਣ ਇੱਥੇ ਗਰਾਊਂਡ ਦੇ ਵਿੱਚ ਤੁਹਾਡੇ ਬੈਠੇ ਆਪਾਂ, ਤੇ ਇੱਥੇ ਕੀ ਐਕਟੀਵਿਟੀਜ਼ ਹੁੰਦੀਆਂ ਨੇਗੀਆਂ, ਕੀ ਟਾਈਮ ਸ਼ਡਿਊਲ ਰਹਿੰਦਾ ਗਾਉਣਾ, ਕਿੰਨਾ ਕੁ ਟਾਈਮ ਐਕਸਰਸਾਈਜ਼ ਦਾ ਜਾਂ ਇਹਦਾ ਬਾਈ ਇਹੀ ਆ? ਚਲੋ ਆਪਾਂ ਸਭ ਤੋਂ ਪਹਿਲਾਂ ਮਾਰਨਿੰਗ ਉੱਠੀ ਦਾਗਾ ਤੇ ਗੁਰਦੁਆਰਾ ਸਾਹਿਬ ਜਾਈਦਾ। ਗੁਰਦੁਆਰਾ ਸਾਹਿਬ ਆਉਣ ਤੋਂ ਬਾਅਦ ਬਾਈ ਸਭ ਤੋਂ ਪਹਿਲਾਂ ਪਾਠ ਕਰੀਏ ਜਪਜੀ ਸਾਹਿਬ ਦਾ, ਹਨਾ। ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਕਿ ਇੱਥੇ ਤੱਕ ਆਪਾਂ ਨੂੰ ਬਦਲਣ ਦੇ ਵਿੱਚ ਵੀ ਦੇਖੋ ਬਾਈ ਰੱਬ ਤੋਂ ਬਿਨਾਂ, ਹਨਾ, ਆਪਾਂ ਕਹਿ ਸਕੇ ਵੀ ਆਪਾਂ ਆਪਦੀ ਮਿਹਨਤ ਤੇ ਆਏ ਆ, ਪਰ ਰੱਬ ਦਾ ਵੀ ਬਾਈ ਬਹੁਤ ਉਹ ਹੁੰਦਾ, ਹਨਾ, ਵੀ ਵਾਹਿਗੁਰੂ ਨੇ ਕਿਰਪਾ ਹੀ ਕੀਤੀ ਇੱਕ ਤਰ੍ਹਾਂ ਦੀ। ਆਪਾਂ ਜਪਜੀ ਸਾਹਿਬ ਦਾ ਮੈਂ ਪਾਠ ਕਰਦਾ ਮਾਰਨਿੰਗ ਗੁਰਦੁਆਰਾ ਸਾਹਿਬ ਤੋਂ ਆਉਣ ਤੋਂ ਬਾਅਦ, ਉਸ ਤੋਂ ਬਾਅਦ ਸਿੱਧਾ ਜਿੰਮ ਚਲੇ ਜਾਈਦਾ ਗਾ। ਜਿੰਮ ਚੋਂ 10-11 ਵਜੇ ਆਈਦਾ ਗਾ ਤੇ ਫਿਰ ਇੱਥੇ 2 ਘੰਟੇ ਰੀਲ ਤੇ ਵੀਡੀਓ ਬਣਾਉਣ ਲਈ, ਬਸ ਇਹ ਚੀਜ਼ਾਂ ਹੋ ਜਾਂਦੀਆਂ ਨੇ, ਉਦੋਂ ਵੀ ਇੱਥੇ ਆਈਦਾ ਬਾਈ। ਚਲੋ ਵੀ ਆਪਣੇ ਜਿਹੜੇ ਫੈਨਸ ਨੇਗੇ, ਦੋਸਤ ਮਿੱਤਰ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵੀ ਮਤਲਬ ਹਾਂਜੀ ਐਕਟੀਵਿਟੀ ਜ਼ਰੂਰੀ ਨੇਗੀ। ਹਾਂਜੀ ਹਾਂ, ਬਾਕੀ ਬਾਈ ਟਾਈਮ ਫੈਮਿਲੀ ਨਾਲ ਟਾਈਮ ਸਪੈਂਡ ਹੋ ਜਾਂਦਾ। ਉਦੋਂ ਸ਼ਾਮ ਨੂੰ 4 ਵਜੇ ਫਿਰ ਇੱਥੇ ਗਰਾਊਂਡ 'ਚ ਆ ਜਾਈਦਾ ਗਾ। ਇੱਥੇ ਫਲਿਪਸ ਹੋ ਗਈਆਂ, ਸਕਿੱਲਸ ਹੋਰ ਹੋ ਗਈਆਂ, ਉਹ ਸਿੱਖੀ ਜਾਂਦੇ ਨੇ। ਬਾਕੀ ਆਪਣੇ ਕੋਲ ਮੁੰਡੇ ਆਉਂਦੇ ਆ ਬਾਈ ਇੱਥੇ ਵਰਕਆਊਟ ਕਰਨ, ਠੀਕ ਹੈ, ਤੇ ਉਹਨਾਂ ਨੂੰ ਵਰਕਆਊਟ ਕਰਾਈਦਾ ਆਪਣੇ ਲਵੇ ਤਵੇ ਪਿੰਡਾਂ ਦੇ ਜਿਹੜੇ ਵਧੀਆ ਵੀ ਹਾਂ ਯਾਰ ਵੀ ਉਹ ਮੁੰਡੇ ਕੋਲ ਮਿਹਨਤ ਕਰੀਏ ਵਧੀਆ ਹੈਗਾ, ਹਨਾ, ਤੇ ਉਹਨਾਂ ਨੂੰ ਆਪਾਂ ਬਾਈ ਵਧੀਆ ਮਿਹਨਤ। ਕਿਉਂਕਿ ਤੁਸੀਂ ਟੈਕਨੀਕਲੀ ਜੋ ਆਪਾਂ ਨੂੰ ਜਿਹੜੀ ਚਾਹੀਦੀ ਹੈਗੀ ਕੋਈ ਵੀ ਐਕਸਰਸਾਈਜ਼ ਸ਼ੁਰੂ ਕਰਦੇ ਆ ਤਾਂ ਆਪਾਂ ਗਲਤ ਢੰਗ ਨਾਲ ਜੇ ਕਰਾਂਗੇ ਬੋਡੀ ਦੇ ਵਿੱਚ ਆਪਣੀ ਦੇ ਵਿੱਚ ਆਪਾਂ ਕਹਿ ਲਈਏ ਵੀ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ। ਹਾਂਜੀ ਹਾਂ, ਉਹੀ ਹੁੰਦਾ ਬਾਈ, ਲੋਕਾਂ ਨੂੰ ਇਹ ਹੁੰਦਾ ਵੀ ਖਣੀ ਵਰਕਆਊਟ ਕਰਨ ਨਾਲ ਹੀ ਸਾਰਾ ਕੁਝ ਮਿਲਦਾ ਗਾ, ਬਟ ਸਮਾਰਟ ਵਰਕ ਇਹ ਹੁੰਦਾ ਵੀ ਉਹ ਡਾਈਟ ਵੱਲ ਨਹੀਂ ਧਿਆਨ ਦਿੰਦੇ। ਇਹ ਚੀਜ਼ਾਂ ਤੋਂ ਵੀ ਕੋਈ ਵੀ ਇੱਥੇ ਆਉਂਦਾ ਬਾਈ ਅਸੀਂ ਨਸ਼ੇ ਕਰਦੇ, ਮੈਂ ਉਹਨਾਂ ਨੂੰ ਪੂਰਾ ਮੋਟੀਵੇਟ ਕਰਦਾ ਵੀ ਉਹਨਾਂ ਨੂੰ ਅਸਲ ਸੱਚਾਈ ਦੱਸਦਾ ਵੀ ਜੇ ਤੁਸੀਂ ਫਿਟਨੈਸ ਚਾਹੁੰਦੇ ਹੋ ਬੋਡੀ ਦੀ ਤਾਂ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ। ਇਹ ਚੀਜ਼ਾਂ ਨਹੀਂ ਵੀ ਸਵੇਰੇ ਉੱਠੇ ਚਾਹ ਦਾ ਕੱਪ ਪੀਤਾ ਤੇ ਭੱਜਣ ਚੱਲੋ, ਇਹ ਚੀਜ਼ਾਂ ਦਾ ਆਪਾਂ ਦੱਸੀ ਮਤਲਬ ਵੀ ਆਪਾਂ ਗਲਤ ਢੰਗ ਨਾਲ ਐਕਸਰਸਾਈਜ਼ ਉਹ ਨਾ ਕਰੀਏ। ਹਾਂਜੀ। ਤੇ ਸੈਕੰਡ ਥਿੰਗ ਬਈ ਸੁੱਖ, ਜਿਵੇਂ ਹੁਣ ਆਪਾਂ ਕਹਿ ਲਈਏ ਹੁਣ ਤੁਹਾਡਾ ਇੱਕ ਤਰ੍ਹਾਂ ਦਾ ਪ੍ਰੋਫੈਸ਼ਨ ਬਣ ਚੁੱਕਿਆ ਹੈਗਾ, ਤੁਸੀਂ ਕਾਫੀ ਡੀਪਲੀ ਇਸ ਫੀਲਡ ਦੇ ਵਿੱਚ ਆ ਗਏ ਹੋਗੇ, ਤਾਂ ਹੁਣ ਜੇ ਇਹਨੂੰ ਕਮਾਈ ਦਾ ਸਾਧਨ ਦੇ ਤੌਰ ਤੇ ਆਪਾਂ ਮੰਨ ਕੇ ਦੇਖੀਏ ਤਾਂ ਉਹਦਾ ਕੋਈ ਬੈਨੀਫਿਟ ਤੁਹਾਨੂੰ ਥੋੜਾ ਬਹੁਤਾ ਇਹਦੇ ਵਿੱਚ ਹੋ ਰਿਹਾ? ਹਾਂਜੀ ਹਾਂ ਬਾਈ, ਬੈਨੀਫਿਟ ਬਹੁਤ ਹੋ ਰਿਹਾ। ਦੇਖੋ ਮੈਂ ਕਦੇ ਬਾਈ ਸੋਚਿਆ ਨਹੀਂ ਸੀਗਾ ਵੀ ਇੰਨਾ ਮੈਨੂੰ ਕਾਮਯਾਬੀ ਮਿਲੂ, ਵੀ ਇੰਨਾ ਵੀ ਮੈਂ ਪੈਸਾ ਕਮਾ ਸਕੂੰਗਾ, ਬਟ ਅੱਜ ਦੇ ਟਾਈਮ 'ਚ ਡੇਲੀ 5 ਤੋਂ 6 ਬੰਦੇ ਮੈਨੂੰ ਫੋਰਨ ਤੋਂ ਜਾਂ ਇੱਧਰੋਂ ਜਾਂ ਆਰਮੀ ਵਾਲੇ ਜਾਂ ਕੋਈ ਕੈਲਿਸਥੈਨਿਕ ਸਿੱਖਣੀ ਆ, ਕੋਈ ਵੀ ਕਿਸੇ ਵੀ ਤਰ੍ਹਾਂ ਦੇ, ਉਹ ਮੈਨੂੰ ਮੇਰੇ ਨਾਲ ਕੰਟੈਕਟ ਕਰਦੇ ਆ ਕਿ ਅਸੀਂ ਬਾਈ ਸਾਡੇ ਤੋਂ ਡਾਈਟ ਪਲਾਨ ਲੈਣਾ, ਵਰਕਆਊਟ ਪਲਾਨ ਲੈਣਾ, ਜਾਂ ਅਸੀਂ ਤੁਹਾਡੇ ਵਰਗੀ ਬੋਡੀ ਬਣਾਉਣਾ ਚਾਹੁੰਦੇ ਜਾਂ ਤੁਹਾਡੇ ਸਕਿੱਲਸ ਸਿੱਖਣੀਆਂ ਨੇ। ਤੇ ਇਹ ਮੈਂ ਤੁਹਾਨੂੰ ਇੰਟਰਪਟ ਕਰੂੰ ਥੋੜਾ ਜਿਹਾ ਵੀ ਹੁਣ ਇੰਨਾ ਤੁਸੀਂ ਪਹਿਲਾਂ ਤੁਸੀਂ ਦੱਸਿਆਗਾ ਵੀ ਤੁਹਾਡਾ ਟਾਈਮ ਸ਼ਡਿਊਲ ਜਿਹੜਾ ਬਿਜੀ ਹੈਗਾ, ਤਾਂ ਫਿਰ ਉਹਨਾਂ ਵਾਸਤੇ ਟਾਈਮ ਕਿੱਦਾਂ ਨਿਕਲਦਾ ਗਾ?
ਟਾਈਮ ਉਹਨਾਂ ਲਈ ਬਾਈ ਜਿਵੇਂ ਮੈਨੂੰ ਸਾਰੇ ਦਿਨ ਦੇ ਵਿੱਚ ਕਾਲਸ ਆ ਜਾਂਦੀਆਂ ਨੇ ਕਿ ਹਾਂ ਬਾਈ ਅਸੀਂ ਡਾਈਟ ਪਲਾਨ ਲੈਣਾ, ਮੈਂ ਉਹਨਾਂ ਨੂੰ ਕਹਿ ਦੇਣਾ ਬਾਈ ਤੁਸੀਂ ਆਪਦੀ ਬੋਡੀ ਦੀ ਇਨਫੋਰਮੇਸ਼ਨ ਮੈਨੂੰ ਸੈਂਡ ਕਰ ਦਿਓ ਤੇ ਮੈਂ ਤੁਹਾਨੂੰ 3 ਦਿਨਾਂ ਦੇ ਵਿੱਚ ਤੁਹਾਡੀ ਡਾਈਟ ਤੇ ਵਰਕਆਊਟ ਪਲਾਨ ਸੈਂਡ ਕਰ ਦੂੰ। ਤੇ ਰਾਤ ਨੂੰ ਟਾਈਮ ਨਾਲ ਪੈ ਜਾਈਦਾ, ਤੜਕੇ 5 ਵਜੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਆਉਣ ਤੋਂ ਬਾਅਦ ਇਹ ਕੰਮ ਕਰੀਦਾ ਵੀ ਡਾਈਟ ਪਲਾਨ ਰੈਡੀ ਕਰਕੇ ਸਭ ਨੂੰ ਸੈਂਡ ਕਰ ਦੇਈਦੇ ਆ। ਉਸ ਤੋਂ ਬਾਅਦ ਫਿਰ ਆਪਦਾ ਸ਼ੁਰੂਆਤ ਕਰ ਲਈਦੀ ਆ। ਤੇ ਉਹਦਾ ਤੁਸੀਂ ਕੋਈ ਫਾਰਮ ਵਗੈਰਾ ਬਣਾਇਆ ਹੋਊਗਾ ਜਿਹੜਾ ਉਹਨਾਂ ਨੂੰ ਸੈਂਡ ਕਰ ਦਿਓ? ਹਾਂਜੀ ਹਾਂ ਬਾਈ, ਉਹ ਚਾਰਟ ਹੋ ਜਾਂਦਾ ਆਪਣਾ। ਓਕੇ। ਤੇ ਹੁਣ ਇੱਥੇ ਬਾਈ ਜੇ ਆਪਾਂ ਸੁੱਖ ਦੇਖੀਏ, ਤੁਸੀਂ ਟਾਇਰ ਵਗੈਰਾ ਰੱਖੇ ਹੋਏ ਨੇਗੇ ਤੇ ਇੱਕ ਉਹ ਜਿਹੜੇ ਪੋਲ ਨੇਗੇ ਗੱਡੇ ਹੋਏ ਨੇਗੇ, ਤੇ ਉਹ ਇਹ ਤੇ ਕੀ ਐਕਟੀਵਿਟੀਜ਼ ਹੁੰਦੀਆਂ ਨੇ ਇੱਥੇ? ਉਹ ਤੇ ਬਾਈ ਪੁਲਅਪਸ ਹੋ ਜਾਂਦੇ ਆਗੇ, ਹਿਊਮਨ ਫਲੈਗ ਹੋ ਜਾਂਦਾ, ਡਰੈਗਨ ਫਲੈਗ ਹੋ ਜਾਂਦਾ, ਫਰੰਟ ਲੀਵਰ, ਬੈਕ ਲੀਵਰ, ਇਹ ਚੀਜ਼ਾਂ ਹੋ ਜਾਂਦੀਆਂ ਨੇ। ਟਾਇਰ ਦੇ ਨਾਲ ਤਾਂ ਬਾਈ ਬਹੁਤ ਤਰ੍ਹਾਂ ਦੇ ਵਰਕਆਊਟ ਹੋ ਜਾਂਦੇ, ਆਪਾਂ ਸਮਝ ਹੀ ਸਕਦੇ ਹਾਂ ਨਾ। ਗਰਾਊਂਡ ਦੇ ਵਿੱਚ ਰਨਿੰਗ ਹੋ ਗਿਆ, ਆਪਾਂ ਫਲਿੱਪਾਂ ਸਿੱਖਣੀਆਂ ਨੇ, ਫਰੰਟ ਫਲਿੱਪ, ਬੈਕ ਫਲਿੱਪ, ਵੈਬਸਟਰ ਤੇ ਸਕਿੱਲਸ ਉੱਥੇ ਆਪਣੇ ਬਾਈ ਗੱਦੇ ਵੀ ਲਿਆ ਕੇ ਰੱਖੇ ਵੀ ਆਗੇ। ਠੀਕ ਹੈ, ਹਾਂ ਉੱਥੇ ਹਾਂਜੀ ਹਾਂਜੀ ਤੇ ਪਏ ਸੀਗੇ, ਇਹ ਚੀਜ਼ਾਂ ਹੋ ਜਾਂਦੀਆਂ ਬਾਈ। ਤਾਂ ਜਿੱਦਾਂ ਬਾਈ ਸੁੱਖ ਹੁਣ ਤੁਸੀਂ ਦੱਸਿਆ ਵੀ ਪਹਿਲਾਂ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਰਹੇ, ਤਾਂ ਜਦੋਂ ਆਪਾਂ ਮੰਨ ਕੇ ਚੱਲੋ ਉਹਦੇ ਵਿੱਚ ਤੁਸੀਂ ਰਿਕਵਰ ਹੋਏ, ਐਕਸਰਸਾਈਜ਼ ਸ਼ੁਰੂ ਕੀਤੀ, ਤਾਂ ਨਾਰਮਲੀ ਆਪਾਂ ਜਿੱਦਾਂ ਕੋਈ ਮੇਰੇ ਵਰਗਾ ਹੁੰਦਾਗਾ ਵੀ ਚਲ ਆਪਾਂ ਕਹਿੰਦੇ ਵੀ ਰਨਿੰਗ ਕਰ ਲਈ ਜਾਂ ਹੋਰ ਮਾੜੀ ਮੋਟੀ ਐਕਸਰਸਾਈਜ਼ ਇੱਕ ਦੂਜੇ ਨੂੰ ਦੇਖ ਕੇ ਕਰੀ, ਤਾਂ ਕੈਲਿਸਥੈਨਿਕ ਵੱਲ ਹੀ ਕਿਉਂ ਤੁਹਾਡਾ ਮੰਨ ਲਓ ਵੀ ਸਪੈਸ਼ਲ ਜਿਹੜੀ ਅਟੈਂਸ਼ਨ ਗਈ? ਹਾਂ, ਇਹਦੇ ਵਿੱਚ ਬਾਈ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਫਸਟ ਤਾਂ ਉਹੀ ਬੰਦਾ ਸੀ ਵੀ ਮੈਂ ਉਹ ਬੰਦੇ ਵਰਗਾ ਬਣਨਾ ਚਾਹੁੰਦਾ ਸੀਗਾ। ਠੀਕ ਹੈ। ਕਿ ਮੇਰੇ 'ਚ ਇੰਨੀ ਫਿਟਨੈਸ ਮੇਰੀ ਬੋਡੀ ਦੀ ਵਧੀਆ ਹੋਵੇ। ਉਸ ਤੋਂ ਬਾਅਦ ਕੀ ਹੋਇਆ ਵੀ ਜਿਮ ਦੇ ਲਈ ਮੈਨੂੰ ਸ਼ਰਮ ਆਉਂਦੀ ਸੀ ਬਾਈ, ਵੀ ਜੇ ਮੈਂ ਕਿਸੇ ਬਾਹਰ ਜਿਮ 'ਚ ਜਾਊਂਗਾ ਤਾਂ ਉੱਥੇ ਮੇਰੇ ਤੇ ਲੋਕ ਹੱਸਣਗੇ ਵੀ ਬਹੁਤ ਵੀ ਕਿਹੋ ਜਿਹਾ ਬੰਦਾ ਹੈਗਾ ਵੀ ਪਹਿਲਾਂ ਨਸ਼ੇ ਕਰਦਾ ਫਿਰਦਾ ਸੀ, ਅੱਜ ਜਿਮ ਆ ਗਿਆ। ਹਾਂ, ਵੀ ਇੱਥੇ ਜਿਮ ਆ ਗਿਆ ਹਨਾ। ਤੇ ਬਾਹਰ ਜਾਣ ਤੋਂ ਬਾਈ ਮੈਨੂੰ ਇਹੀ ਬਸ ਸੰਗ ਮਾਰ ਗਈ ਇੱਕ ਤਰ੍ਹਾਂ ਦੀ, ਜਾਂ ਕਿਵੇਂ ਵੀ ਲੈ ਲਓ ਵੀ ਲੋਕ ਮੈਨੂੰ ਤਾਨੇ ਮਾਰਨਗੇ ਵੀ ਤੂੰ ਕਿਹੋ ਜਿਹਾ, ਇਹ ਚੀਜ਼ ਹੋ ਗਈ। ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਹਨਾ ਵੀ ਜੇ ਕੁਛ ਵੀ ਆਪਾਂ ਘਰੇ ਰਹਿ ਕੇ ਵੀ ਮੈਂ ਇੱਥੇ ਵੀ ਚੱਲ ਕੁਛ ਕਰ ਸਕਦਾ ਯਾਰ, ਵੀ ਇੱਕ ਵਾਰੀ ਸਟਾਰਟ ਤਾਂ ਕਰਾਂ, ਵੀ ਮੁੜ ਕੇ ਦੇਖੀ ਜਾਂਦਾ ਕੀ ਹੋ ਜਾਂਦਾ। ਆਪਣੇ ਟਾਇਰ ਪਿਆ ਸੀ ਬਾਈ ਸਭ ਤੋਂ ਪਹਿਲਾਂ, ਫਸਟ ਉਹ ਟਾਇਰ ਸੀਗਾ ਛੋਟਾ। ਹਾਂਜੀ, ਤੇ ਇਹ ਬਾਪੂ ਵੇਚਣ ਹੀ ਲੱਗਿਆ ਸੀਗਾ, ਇਹਦੀ ਗੱਲ ਹੋ ਗਈ ਸੀ ਵੀ ਹਾਂ ਵੇਚਤਾ। ਹਾਂ, ਤੇ ਜਦੋਂ ਉਹ ਲੈਣ ਆਇਆ ਮੈਂ ਕਿਹਾ ਵੀ ਡੈਡੀ ਵੀ ਇਹਦੇ ਨਾਲ ਮੈਂ ਵਰਕਆਊਟ ਕਰਿਆ ਕਰਨਾਗਾ। ਤੇ ਡੈਡੀ ਕਹਿੰਦਾ ਚਲੋ ਕੋਈ ਗੱਲ ਨਹੀਂ, ਕਹਿੰਦਾ ਜੇ ਤੂੰ ਕਰਨਾ ਵਰਕਆਊਟ ਵੀ ਕਰ ਲਿਆ ਕਰ, ਵੀ ਆਪਾਂ ਰੱਖ ਲੈਣੇ, ਏਡੀ ਕਿੱਡੀ ਗੱਲ ਆ ਗਈ। ਤੇ ਇਹਦੇ ਨਾਲ ਬਾਈ ਮੈਂ ਘਰੇ ਰੱਖਿਆ ਤੇ ਬਸ ਘਰੇ ਸਟਾਰਟ ਕੀਤਾ ਤੇ ਇਹ ਚੀਜ਼ ਕਰਨ ਲੱਗ ਗਏ। ਉਦੋਂ ਬਾਅਦ ਚ ਮੈਨੂੰ ਹੋਰ ਇਹ ਚੀਜ਼ ਦਾ ਵੀ ਹੋਰ ਚੀਜ਼ਾਂ ਜੋੜਾਂ, ਇੱਕ ਆਪਣੇ ਪੁਲਅਪਸ ਲਾਉਣੇ ਹੁੰਦੇ ਜਿਹੜੇ, ਉਹ ਚੀਜ਼ ਬਣਾਈ ਵੀ ਹੈਗੀ ਬਾਈ। ਠੀਕ ਹੈ, ਹਾਂ ਮੈਂ ਘਰੇ ਵੀ ਵੇਖਿਆ, ਘਰੇ ਵੀ ਆਪਣੀ ਬਣੀ। ਤੇ ਹੋਰ ਬੁਲਟ ਦਾ ਸਲੈਂਸਰ ਪਿਆ ਸੀ ਪੁਰਾਣਾ, ਉਹ ਤੇ ਮੈਂ ਬੈਲਟ ਬੁਲਟ ਕਰਕੇ ਉਹ ਟੰਗ ਲਿਆ ਕਿ ਇਹ ਤੇ ਚਲੋ ਵਧੀਆ ਹੋ ਜਾਇਆ ਕਰੂਗਾ, ਗ੍ਰਿਪ ਵਧੀਆ ਬਣ ਜੂਗਾ। ਹਾਂਜੀ, ਗ੍ਰਿਪ ਵਧੀਆ ਬਣ ਜੂਗਾ। ਤੇ ਬਸ ਘਰੇ ਹੋਰ ਪੁੱਠੇ ਸਿੱਧੇ ਹੋਣ ਲੱਗ ਗਏ। ਡੈਡੀ ਮੈਨੂੰ ਕਹਿਣ ਲੱਗ ਗਏ ਵੀ ਯਾਰ ਤੂੰ ਵੀ ਹੁਣ ਨਹੀਂ ਤੇਰੇ ਚ ਉਹ ਗੱਲ ਹੈਗੀ ਜਿਹੜੀ ਪਹਿਲਾਂ ਕਬੱਡੀ ਵੇਲੇ ਹੁੰਦੀ ਸੀਗੀ। ਤੇ ਮੈਂ ਸੋਚਣਾ ਵੀ ਚਲੋ ਕੋਈ ਨਹੀਂ, ਵੀ ਨਹੀਂ ਹੈਗੀ ਤਾਂ, ਪਰ ਇਹ ਚੀਜ਼ ਨੂੰ ਮੈਂ ਸੋਚ ਕੇ ਚੱਲਿਆ ਵੀ ਨਹੀਂ ਯਾਰ ਇੱਕ ਦਿਨ ਤਾਂ ਕੁਛ ਬਣਾਂਗੇ, ਚਲੋ ਕਰੀ ਚੱਲੋ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਤੇ ਫਿਰ ਤੁਸੀਂ ਜਾਣੀ ਇਹ ਐਕਟੀਵਿਟੀਆਂ ਨੇਗੀਆਂ ਉਦੋਂ ਬਾਅਦ ਸ਼ੁਰੂ ਕਰ ਲਈਆਂ? ਹਾਂਜੀ ਹਾਂ। ਤੇ ਹੁਣ ਅੱਜ ਦੀ ਘੜੀ ਆਪਾਂ ਦੇਖੀਏ ਤਾਂ ਤੁਸੀਂ ਕੀ ਐਕਟੀਵਿਟੀਆਂ ਨੇ ਜਿਹੜੀਆਂ ਕਰ ਲੈਂਦੇ ਹੋਗੇ ਇਸ ਟਾਈਮ ਕੈਲਿਸਥੈਨਿਕ ਦੀਆਂ, ਜਿਹੜੀ ਆਪਾਂ ਕਹਿ ਲਈਏ ਵੀ ਪਿਓਰ ਕੈਲਿਸਥੈਨਿਕ, ਜਾਂ ਆਪਾਂ ਕਹਿ ਲਈਏ ਮੈਨੂੰ ਦੇਖੋ ਕੈਲਿਸਥੈਨਿਕ ਬਾਰੇ ਕੁਝ ਨਹੀਂ ਪਤਾ, ਐਵੇਂ ਕਹਿੰਦਾ ਮੈਨੂੰ ਤੁਹਾਡੇ ਤੋਂ ਹੀ ਮਿਲੂਗਾ ਜਾਣਕਾਰੀ ਜੋ ਵੀ ਮਿਲੂਗੀ, ਵੀ ਇਹਦੇ ਵਿੱਚ ਹੁਣ ਕੀ ਐਕਟੀਵਿਟੀਆਂ ਜਿਹੜੀਆਂ ਤੁਸੀਂ ਕੈਲਿਸਥੈਨਿਕ ਦੀਆਂ ਕਰ ਰਹੇ ਹੋ? ਕੈਲਿਸਥੈਨਿਕ ਦੇ ਵਿੱਚ ਸਭ ਤੋਂ ਫਸਟ ਤਾਂ ਇਹਦੇ ਵਿੱਚ ਪੁਸ਼ਅਪਸ ਆ ਜਾਂਦੇ ਆ ਹਨਾ। ਠੀਕ ਹੈ। ਪੁਸ਼ਅਪਸ ਸਮਝ ਲਓ ਵੀ ਤੁਸੀਂ 100 ਟਾਈਪ ਦੇ ਪੁਸ਼ਅਪਸ ਨੇਗੇ। ਓਕੇ। ਹਾਂਜੀ, ਮੈਂ ਉਹ 100 ਟਾਈਪਸ ਦੇ ਪੁਸ਼ਅਪ ਹੀ ਕਰ ਸਕਦਾ, ਵੀ ਕੋਈ ਇਹੋ ਜਿਹਾ ਪੁਸ਼ਅਪਸ ਨਹੀਂ ਹੋਊਗਾ ਵੀ ਕੋਈ ਵੀਡੀਓ ਤੇ ਜਾਂ ਤੁਸੀਂ ਕਿਤੇ ਵੀ ਦੇਖਿਆ ਹੋਊਗਾ ਵੀ ਇਹ ਪੁਸ਼ਅਪ ਬਹੁਤ ਔਖਾ ਗਾ। ਮੈਂ ਉਹ ਕੋਈ ਵੀ ਪੁਸ਼ਅਪ ਜਿਹੋ ਜਿਹਾ ਵੀ ਮੈਨੂੰ ਕੋਈ ਬੰਦਾ ਕਹੂਗਾ ਵੀ ਆਹ ਪੁਸ਼ਅਪ ਬਹੁਤ ਹਾਰਡ ਆਗਾ, ਤਾਂ ਮੇਰੇ ਸਾਹਮਣੇ ਲਿਆ ਕੇ ਕਰਦੇ, ਮੈਂ ਉਹ ਪੁਸ਼ਅਪ ਕਰੂੰਗਾ। ਠੀਕ ਹੈ। ਮਤਲਬ ਕਿ ਹੈਂਡ ਸਟੈਂਡ ਹੋ ਗਿਆ, ਕਿਸੇ ਵੀ ਤਰ੍ਹਾਂ ਦਾ, ਮਤਲਬ ਕਿ ਇੱਥੋਂ ਤੱਕ ਕਿ 2-3 ਮੇਰੇ ਪੁਸ਼ਅਪਸ ਆਪਦੇ ਵੀ ਇਹੋ ਜਿਹੇ ਆ ਵੀ ਜਿਹੜੇ ਕਿਸੇ ਨੇ ਦੇਖੇ ਨਹੀਂ ਹੈਗੇ, ਵੀ ਇਹ ਚੀਜ਼ ਕਿੱਥੋਂ ਆਈ, ਵੀ ਇਹ ਪੁਸ਼ਅਪਸ ਵੀ ਹੋ ਸਕਦੇ ਆ। ਤੇ ਬਾਕੀ ਇਹਦੇ ਵਿੱਚ ਫਲਿੱਪਸ ਆ ਗਈਆਂ ਬਾਈ, ਜਿਹੜੀਆਂ ਆਪਾਂ ਫਰੰਟ ਫਲਿੱਪ, ਬੈਕ ਫਲਿੱਪ, ਉਹ ਚੀਜ਼ਾਂ ਹੋ ਗਈਆਂ। ਤੇ ਬਾਕੀ ਟਾਇਰਾਂ ਦਾ ਹੋ ਗਿਆ, ਇਹ ਚੀਜ਼ ਹੋ ਗਈ, ਸਾਰਾ ਕੁਝ ਆ ਜਾਂਦਾ। ਤੇ ਇੱਕ ਬਾਈ ਸੁੱਖ, ਜਿਵੇਂ ਹੁਣ ਆਪਾਂ ਮੇਨ ਜਿਹੜੀ ਮੇਰੇ ਦਿਮਾਗ ਦੇ ਵਿੱਚ ਜਿਹੜੀ ਮੇਨ ਗੱਲ ਆ ਰਹੀ ਹੈ ਬਾਰ-ਬਾਰ ਕਿ ਤੁਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਕਿੱਦਾਂ ਦੀ ਕੰਡੀਸ਼ਨ ਨਸ਼ੇ ਵਾਲੇ ਦੇ ਵਿੱਚੋਂ ਰਿਕਵਰ ਕੀਤਾ, ਤਾਂ ਹੁਣ ਜਿਹੜੇ ਕੁਝ ਨੌਜਵਾਨ ਨੇਗੇ ਇਸ ਜਿਹੜੀ ਕੰਡੀਸ਼ਨ ਦੇ ਵਿੱਚ ਹਾਲੇ ਵੀ ਆਪਣੇ ਪੰਜਾਬ ਦੇ ਵਿੱਚ ਹੋਣਗੇ, ਠੀਕ ਹੈ, ਜਾਂ ਕਈ ਹੋਣਗੇ ਅੱਕੇ ਹੋਏ ਹੋਣਗੇ, ਉਹ ਥੋੜਾ ਸਟਾਰਟ ਕਰ ਰਹੇ ਨੇ, ਉਧਰ ਨੂੰ ਜਾ ਰਹੇ ਨੇਗੇ, ਕੋਈ ਉਹਨਾਂ ਵਾਸਤੇ ਸੁਨੇਹਾ ਤੁਹਾਡਾ, ਕਿਉਂਕਿ ਤੁਸੀਂ ਇਹ ਚੀਜ਼ਾਂ ਆਪਣੇ ਤਨ ਦੇ ਉੱਤੇ ਹੰਢਾ ਚੁੱਕੇ ਹੋ? ਹਾਂਜੀ ਬਾਈ, ਉਹਨਾਂ ਲਈ ਮੇਰਾ ਇਹੀ ਸੁਨੇਹਾ ਹੈਗਾ ਕਿ ਬਾਈ ਇਹ ਚੀਜ਼ ਪਹਿਲਾਂ ਬਾਈ ਬਹੁਤ ਵਧੀਆ ਲੱਗਦੀ ਆ, ਰਿਲੈਕਸ ਫੀਲ ਹੁੰਦਾ ਬੰਦੇ ਨੂੰ ਕਿ ਯਾਰ ਕੋਈ ਟੈਨਸ਼ਨ ਨਹੀਂ, ਕੁਛ ਨਹੀਂ, ਬਟ ਬੰਦਾ ਕੋਈ ਵੀ ਜੇ ਅਡਿਕਟ ਆ ਕਿਸੇ ਚੀਜ਼ ਦਾ, ਉਹ ਇੱਕ ਚੀਜ਼ ਇਹ ਸੋਚ ਕੇ ਚੱਲੇ ਕਿ ਮੈਂ ਸਾਰੀ ਜ਼ਿੰਦਗੀ ਕਰੂੰਗਾ,
ਹਾਂ ਕਿ ਕਦੋਂ ਕੁ ਤੱਕ ਇਹ ਚੀਜ਼ ਚੱਲੂਗੀ, ਕਦੋਂ ਕੁ ਤੱਕ ਮੈਨੂੰ ਲੋਕਾਂ ਤੋਂ ਗਾਲਾਂ ਮਿਲਣਗੀਆਂ, ਕਦੋਂ ਤੋਂ ਘਰੋਂ ਗਾਲਾਂ ਮਿਲਣਗੀਆਂ, ਕਦੋਂ ਮੈਂ ਸਾਰੀ ਦੁਨੀਆ ਦੇ ਵਿੱਚ ਸਾਰੀ ਆਪਦੀ ਲਾਈਫ ਇਸ ਤਰ੍ਹਾਂ ਕੱਢੂੰਗਾ, ਕੱਲ ਨੂੰ ਮੇਰੀ ਮੈਰਿਜ ਹੋਣੀ ਆ, ਕਿਵੇਂ ਮੈਨੂੰ ਦੁਨੀਆ ਕਿਹੜੀ ਨਜ਼ਰ ਨਾਲ ਮੈਨੂੰ ਦੁਨੀਆ ਦੇਖੂਗੀ, ਇਹ ਚੀਜ਼ ਹੋ ਜਾਂਦੀ ਹੈ ਬਈ। ਤਾਂ ਜਿੱਦਾਂ ਬਈ ਜਿੱਦਾਂ ਕੋਈ ਵੀ ਆਪਾਂ ਨਸ਼ਾ ਆਪਣੇ ਸਰੀਰ ਨੂੰ ਲੱਗ ਗਿਆ, ਆਪਾਂ ਉਹਦੇ ਆਦੀ ਹੋ ਗਏ, ਆਪਾਂ ਨੂੰ ਵਾਰ-ਵਾਰ ਉਹਦੀ ਤਲਬ ਉੱਠਦੀ ਹੈਗੀ, ਤਾਂ ਤੁਸੀਂ ਵੀ ਦੱਸਿਆ ਕਿ ਤੁਸੀਂ ਹਰ ਪ੍ਰਕਾਰ ਦਾ ਜਿਹੜਾ ਨਸ਼ਾ ਸੀਗਾ ਉਹ ਟਰਾਈ ਕੀਤਾ ਆਪਣੀ ਬੋਡੀ ਦੇ ਉੱਤੇ। ਤਾਂ ਜਦੋਂ ਆਪਣਾ ਸਰੀਰ ਆਦੀ ਹੋ ਜਾਂਦਾ ਤਾਂ ਉਹਨੂੰ ਜਦੋਂ ਆਪਾਂ ਛੱਡਦੇ ਹਾਂ ਤਾਂ ਕਿਸੇ ਪ੍ਰਕਾਰ ਦਾ, ਜਿੱਦਾਂ ਮੋਸਟਲੀ ਕੀ ਹੁੰਦਾ, ਕੋਈ ਸ਼ਰਾਬ ਛੱਡਦਾ ਉਹਨੂੰ ਅਧਰੰਗ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਜਿਹੜੀ ਪ੍ਰੋਬਲਮ ਆ ਗਈ ਬੋਡੀ ਨੂੰ ਆਉਂਦੀ ਆ, ਤੁਹਾਨੂੰ ਕੋਈ ਇੱਦਾਂ ਦੀ ਆਈ ਜਾਂ ਉਹਦੀ ਕੋਈ ਤੁਸੀਂ ਮੈਡੀਸਨ ਲਈ? ਨਹੀਂ ਬਾਈ, ਮੈਡੀਸਨ ਤਾਂ ਨਹੀਂ ਲਈ। ਇਹ ਸੀਗਾ ਕਿ ਸਭ ਤੋਂ ਫਸਟ ਨਸ਼ਾ ਮੇਰਾ ਡਰੱਗ ਹੀ ਸੀਗਾ ਬਾਈ। ਇਹ ਵੀ ਨਹੀਂ ਸੀਗਾ ਕਿ ਪੰਨੀ ਸੀਗੀ, ਇੱਕ ਆਪਾਂ ਜਿਹੜਾ ਇੰਜੈਕਸ਼ਨ ਲਾਉਣੇ ਹੁੰਦੇ, ਮੈਂ ਇੰਜੈਕਸ਼ਨ ਤੋਂ ਹੀ ਸਟਾਰਟਿੰਗ ਕੀਤੀ ਸੀਗੀ। ਅੱਛਾ। ਉਹ ਸਭ ਤੋਂ ਵੱਡਾ ਨਸ਼ਾ ਸੀਗਾ। ਉਸ ਤੋਂ ਬਾਅਦ ਜਦੋਂ 1 ਸਾਲ ਕੀਤਾ ਤਾਂ ਮੈਨੂੰ ਘਟਾਉਣਾ ਚਾਹਿਆ ਵੀ ਕੀ ਤਰੀਕਾ ਗਾ। ਮੈਡੀਸਨਾਂ ਬਾਈ ਬਹੁਤ ਆਪਣੇ ਮਿਲਦੀਆਂ ਸਰਕਾਰੀ ਹਸਪਤਾਲ, ਜਿੱਥੋਂ ਮਰਜ਼ੀ ਲੈ ਲਓ, ਕਹਿਣਗੇ ਆਹ ਦੇ ਨਾਲ ਨਸ਼ਾ, ਪਰ ਕਿਸੇ ਚੀਜ਼ ਨਾਲ ਨਸ਼ਾ ਨਹੀਂ ਛੁੱਟਦਾ ਬਾਈ। ਮੈਂ ਕੀ ਕੀਤਾ ਕਿ ਮੈਂ ਉਹ ਨਸ਼ੇ ਨੂੰ ਛੱਡ ਕੇ ਉਦੋਂ ਛੋਟਾ ਨਸ਼ਾ ਚੁਣ ਲਿਆ। ਉਸ ਤੋਂ ਬਾਅਦ ਮੈਂ ਦਾਰੂ ਚੁਣ ਲਈ। ਠੀਕ ਹੈ। ਤੇ 1 ਸਾਲ ਤੱਕ ਦਾਰੂ ਪੀਤੀ। ਦਾਰੂ ਦਾ ਫਿਰ ਮੈਨੂੰ ਲੱਗਣ ਲੱਗ ਗਿਆ ਮੈਂ ਦਾਰੂ ਦਾਦੀ ਹੋਣ ਲੱਗ ਗਿਆ, ਹਨਾ। ਉਸ ਤੋਂ ਬਾਅਦ ਫਿਰ ਮੈਂ ਹੋਰ ਥੋੜਾ ਜਿਹਾ ਲੋ ਲੈਵਲ ਦਾ ਨਸ਼ਾ ਚੁਣਿਆ, ਜਿਵੇਂ ਕਿ ਆਪਣੇ ਭੁੱਕੀ ਫੀਮ ਡੋਡੇ ਕਹਿ ਦਿੰਦੇ ਆ, ਹਨਾ। ਉਹ ਨਸ਼ਾ ਚੁਣਿਆ। ਉਸ ਤੋਂ ਬਾਅਦ ਚ ਫਿਰ ਮੈਨੂੰ ਲੱਗਣ ਲੱਗਾ ਵੀ ਇਹ ਚੀਜ਼ ਦਾ ਵੀ ਮੈਂ ਆਦੀ ਆ, ਵੀ ਇਹ ਵੀ ਚੀਜ਼ ਛੱਡਾਂ, ਹਨਾ, ਵੀ ਗਿਵ ਅਪ ਕਰਾਂ। ਉਦੋਂ ਇਸ ਤਰ੍ਹਾਂ ਗਾਂਜਾ, ਉਦੋਂ ਬਾਅਦ ਸੈਕਟ, ਫਿਰ ਗੋਲੀਆਂ ਆ ਗਈਆਂ ਤੇ ਸੀਸੀਆਂ। ਹੌਲੀ ਹੌਲੀ ਨਸ਼ਾ ਇਸ ਤਰ੍ਹਾਂ ਘਟਾਇਆ। ਇਹ ਨਹੀਂ ਸੀਗਾ ਕਿ ਬਸ ਹਾਂ 1 ਲੱਖ ਤੋਂ ਵੀ ਬਸ ਸਟਾਪ ਕਰਤਾ। ਹਾਂਜੀ, ਉਹ ਮਤਲਬ ਪ੍ਰੋਬਲਮ ਬਹੁਤ ਆਈ ਵਿੱਚ। ਤੋਂ ਸਭ ਤੋਂ ਵੱਧ ਮੈਨੂੰ ਬਸ ਚਿੱਟੇ ਵਾਲੀ ਪ੍ਰੋਬਲਮ ਆਈ ਬਾਈ। ਜਦੋਂ ਉਹ ਚੀਜ਼ ਮੈਂ ਛੱਡੀ ਨਾ, ਤੇ 3 ਦਿਨ ਮੈਂ ਲਗਾਤਾਰ ਸੁੱਤਾ ਨਹੀਂ ਬਾਈ। ਅੱਛਾ। ਜਾਗਦਾ ਰਿਹਾ ਰਾਤ ਨੂੰ, ਬਸ ਦੇਖੀ ਜਾਂਦਾ ਸੀ ਕੰਧਾਂ ਕੰਨੀ ਜਾਂ ਕਿਵੇਂ ਸੀਗਾ। ਤੇ ਚੁੰਨੀਆਂ ਮੈਂ 3-4 ਲੈ ਲੈਣੀਆਂ, ਇੱਥੋਂ ਮਤਲਬ ਕਿ ਪੈਰ ਤੋਂ ਲੈ ਕੇ ਇੱਥੇ ਤੱਕ ਬੰਨ੍ਹ ਲੈਣੀ, ਬਾਂਹ ਤੋਂ ਲੈ ਕੇ ਆ ਮੋਢੇ ਤੱਕ। ਹਾਂਜੀ, ਚੀਸਾਂ ਪੈਂਦੀਆਂ ਸੀ। 3 ਦਿਨ ਪੂਰੀਆਂ ਫੁੱਲ ਚੀਸਾਂ ਪਈਆਂ। ਤੇ ਬਟ ਹੌਲੀ ਹੌਲੀ ਉਹ ਚੀਜ਼ ਵਧੀਆ ਰਹੀ। ਤੇ ਕਿਉਂਕਿ ਖੁਰਾਕ ਬਾਈ ਸਭ ਤੋਂ ਵਧੀਆ ਆਪਣੀ ਡਾਈਟ ਹੁੰਦੀ ਆ। ਜੇ ਆਪਾਂ ਡਾਈਟ ਹੀ ਵਧੀਆ ਲੈਣ ਲੱਗ ਗਏ ਤਾਂ ਨਿਊਟ੍ਰੀਸ਼ਨ ਆਪਣੇ ਆਪ ਵਧੀਆ ਹੋ ਜਾਂਦਾ, ਸਰੀਰ ਰਿਕਵਰ ਕਰਨਾ ਸ਼ੁਰੂ ਕਰ ਲੂ ਜਦੋਂ ਖੁਰਾਕ ਮਿਲ ਰਹੀ ਹੈ। ਹਾਂਜੀ ਹਾਂਜੀ। ਹਾਂ, ਇਦਾਂ ਬਈ ਸੁੱਖ, ਜਿਵੇਂ ਹੁਣ ਤੁਸੀਂ ਆਪਾਂ ਇੱਥੇ ਆਏ ਆਂਗੇ ਤੁਹਾਡੇ ਗਰਾਊਂਡ ਦੇ ਵਿੱਚ, ਤੁਸੀਂ ਬੈਗ ਇੱਕ ਨਾਲ ਰੱਖਿਆ ਹੋਇਆ, ਕੀ ਮੰਨ ਲਓ ਤੁਹਾਨੂੰ ਐਕਸਰਸਾਈਜ਼ ਵੇਲੇ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਕੀ ਰੱਖਦੇ ਹੋਗੇ ਨਾਲ? ਹਾਂਜੀ ਹਾਂਜੀ, ਦਿਖਾਉਣਾ ਬਾਈ। ਇੱਕ ਤਾਂ ਬਾਈ ਪਾਣੀ ਦੀ ਬੋਤਲ ਪੱਕਾ ਹੁੰਦੀ ਆ, ਹਨਾ, ਚਾਹੇ ਜਿਮ ਜਾਣਾ ਜਾਂ ਕੁਛ ਵੀ ਕਰਨਾ ਗਾ। ਤੇ ਸਪੀਕਰ ਗਾਣੇ ਸੁਣ ਲਈਦੇ ਆ ਬਾਈ। ਠੀਕ ਹੈ। ਤੇ ਇਸ ਤੋਂ ਮੂਵ ਸਪਰੇ, ਕਿਉਂਕਿ ਹਨਾ ਕਦੇ ਵੀ ਇਹ ਚੀਜ਼ ਬਾਈ ਇਹੋ ਜਿਹੀ ਆ ਵੀ ਇਹਦੇ ਵਿੱਚ ਇੰਜਰੀ ਕਦੇ ਵੀ ਆ ਸਕਦੀ ਹੈ, ਹਨਾ। ਤਾਂ ਕਰਕੇ ਆਪਾਂ ਮੈਂ ਜ਼ਰੂਰ ਨਾਲ ਰੱਖ ਦਾਂਗਾ। ਤੇ ਆਹ ਟੀ-ਸ਼ਰਟ ਆ ਬਾਈ, ਇਹ ਜ਼ਿੰਦਗੀ ਦਾ ਮੇਰਾ ਸਭ ਤੋਂ ਇੱਕ ਸਮਝ ਲਓ ਵੀ ਬਹੁਤ ਅਹਿਮੀਅਤ ਹੈ ਇਹ ਚੀਜ਼, ਇਹ ਸ਼ਰਟ ਦੀ ਮੇਰੀ ਜ਼ਿੰਦਗੀ 'ਚ। ਕਿਉਂਕਿ ਜਦੋਂ ਬਾਈ ਮੈਂ ਫਸਟ ਡੇ ਸਟਾਰਟ ਕੀਤਾ ਸੀ ਆਪਣਾ ਵਰਕਆਊਟ, ਤਾਂ ਉਦੋਂ ਇਹ ਮੇਰੇ ਪਾਈ ਵੀ ਸੀ। ਤੇ ਉਦੋਂ ਮੁੜ ਕੇ ਮੈਂ, ਚਲੋ ਵੈਸੇ 2 ਸਾਲ ਹੋ ਗਏ, ਬਟ 1 ਸਾਲ ਤੱਕ ਜਦੋਂ ਵੀ ਵਰਕਆਊਟ ਕਰਨਾ ਤਾਂ ਮੈਂ ਟੀ-ਸ਼ਰਟ ਪਾਉਂਦਾ ਸੀਗਾ। ਓਕੇ। ਹਾਂ, ਤਾਂ ਹੁਣ ਇਹ ਕਾਫੀ ਮੈਲੀ ਹੋਈ ਪਈ ਹੈਗੀ ਜਿਵੇਂ। ਹਾਂਜੀ ਹਾਂ, ਕਿਉਂਕਿ ਬਾਈ ਮੈਂ ਬਾਸ ਨਹੀਂ ਕੀਤੀ। ਮੈਂ ਇਹ ਚੀਜ਼ ਨੂੰ ਮਹਿਸੂਸ ਕਰਨਾ ਚਾਹੁੰਦਾ ਕਿ ਮੈਂ ਇੰਨਾ ਹਾਰਡ ਵਰਕ ਕੀਤਾ ਯਾਰ, ਵੀ ਤਾਂ ਇਸ ਜਗ੍ਹਾ ਤੇ ਆਇਆਗਾ। ਤੇ ਹੁਣ ਵੈਸੇ ਫਟ ਗਈ, ਬਹੁਤ ਟਾਈਮ ਤੱਕ ਮੈਂ ਪਾਈ ਰੱਖੀ, ਬਟ ਹੁਣ ਵੀ ਮੈਂ ਆਪਦੇ ਨਾਲ ਹੀ ਰੱਖ ਦਾਂਗਾ। ਵੀ ਜਦੋਂ ਮੈਨੂੰ ਕਦੇ ਕਦੇ ਵਧੀਆ ਫੀਲ ਹੁੰਦਾ ਤਾਂ ਮੈਨੂੰ ਦੇਖਦਾ ਵੀ ਯਾਰ ਮੈਂ ਇੰਨਾ ਹਾਰਡ ਵਰਕ ਕੀਤਾ। ਜਾਂ ਕਈ ਵਾਰੀ ਕਦੇ ਮਨ ਨਹੀਂ ਕਰਦਾ, ਹਨਾ। ਹਾਂਜੀ ਹਾਂ, ਇਹ ਚੀਜ਼ ਹੋ ਜਾਂਦਾ ਵੀ ਕਦੇ ਡੀਮੋਟੀਵੇਟ ਹੋ ਜਾਂਦਾ ਬੰਦਾ, ਉਦੋਂ ਫਿਰ ਮੈਨੂੰ ਯਾਦ ਆਉਂਦਾ ਵੀ ਯਾਰ ਇੰਨਾ ਹਾਰਡ ਵਰਕ ਕਰਕੇ ਮੈਂ ਇਹ ਚੀਜ਼ ਇੱਥੇ ਤੱਕ ਪਹੁੰਚਾਂਗਾ। ਤੇ ਹਮੇਸ਼ਾ ਬਾਈ ਮੈਂ ਆਪਦੀ ਕਿੱਟ 'ਚ ਨਾਲ ਹੀ ਰੱਖ ਦਾਂਗਾ। ਓਕੇ, ਨਾਈਸ ਬਾਈ। ਇੱਕ ਬਾਈ ਸੁੱਖ, ਜਿੱਦਾਂ ਹੁਣ ਆਪਾਂ ਬਾਈ ਵੀਕਲੀ ਮੈਂ ਤੁਹਾਨੂੰ ਪੁੱਛਦਾਗਾ ਵੀ ਕੀ ਇੱਕ ਹਫਤੇ ਦਾ ਤੁਹਾਡਾ ਕੀ ਰੁਝੇਵਾਂ ਰਹਿੰਦਾ ਗਾ, ਵੀ 7 ਦਿਨ ਐਕਸਰਸਾਈਜ਼ ਹੁੰਦੀ ਆ ਜਾਂ ਕੀ ਸਿਸਟਮ ਆ ਸਾਰਾ? ਇਹ ਬਾਈ 2 ਸਾਲ ਤੋਂ ਲੈ ਕੇ ਇੱਕ ਹੀ ਰੂਟੀਨ ਚੱਲ ਰਿਹਾ ਮੇਰਾ ਕਿ 6 ਦਿਨ ਵਰਕਆਊਟ। ਪਹਿਲਾਂ ਚਲੋ ਮੈਂ 8 ਦਿਨ ਵਰਕਆਊਟ ਕਰਦਾ ਸੀ, 8ਵੇਂ ਦਿਨ ਬਾਅਦ ਰੈਸਟ ਕਰਦਾ ਸੀ। ਬਟ ਫਿਰ ਮੈਨੂੰ ਐਕਸਪੀਰੀਅੰਸ ਹੋਇਆ ਕਿ ਇਹ ਜ਼ਿਆਦਾ ਟਾਈਮ ਆਗਾ, ਕਿਉਂਕਿ ਜ਼ਿਆਦਾ ਹਾਰਡ ਵਰਕ ਨਾਲ ਕਿ ਮਸਲ ਲੌਕ ਹੋ ਜਾਂਦੇ ਆਪਣੇ। ਓਕੇ। ਇਹ ਗੱਲ ਸੁਣੀ ਤਾਂ ਫਿਰ ਮੈਂ 6 ਦਿਨ ਵਰਕਆਊਟ ਤੇ 7ਵੇਂ ਦਿਨ ਰੈਸਟ ਦਾ ਉਹ ਕਰਤਾ। ਤੇ ਉਦੋਂ ਮੁੜ ਕੇ ਇਹ ਮਤਲਬ ਕਿ 2 ਸਾਲਾਂ ਦੇ ਵਿੱਚ ਬਸ ਇਹ ਰੈਸਟ ਆ ਜਿਹੜੀ ਉਹੀ ਕੀਤੀ ਆ। ਵੀ ਵੈਸੇ ਨਹੀਂ ਹੈਗਾ ਕੋਈ ਡੇ ਮਿਸ ਕਰਤਾ ਵੀ ਯਾਰ ਅੱਜ ਚਲ ਥੱਕੇ ਵੇ ਆ ਜਾਂ ਬਹੁਤ ਜ਼ੋਰ ਲਾ ਕੇ ਕਈ ਵਾਰੀ ਕਿਸੇ ਕੰਮ ਤੋਂ ਲੇਟ ਹੋ ਗਏ ਜਾਂ ਹੋਰ। ਹਾਂਜੀ ਨਹੀਂ ਬਾਈ, ਉਹ ਦੇਖੋ ਜਿਵੇਂ ਹੁਣ ਕਈ ਵਾਰ ਮੈਰਿਜ ਆਪਾਂ ਨੂੰ ਜਾਣਾ ਪੈਂਦਾ, ਹਨਾ, ਉੱਥੋਂ ਕਈ ਵਾਰ ਲੇਟ ਹੋ ਜਾਂਦੇ ਆ। ਤਾਂ ਮੈਂ ਬਾਈ ਉੱਥੇ ਚਲੋ ਗਲਤ ਮਲ ਤਾਂ ਕੀ ਖਾਣਾ ਹੁੰਦਾ, ਸਹੀ ਫਰੂਟ ਫਰਾਟ ਹੀ ਖਾ ਲੈਣਾ ਹੁੰਦਾ ਗਾ। ਤੇ ਉੱਥੋਂ ਆਉਣ ਸਾਰ ਚਾਹੇ ਰਾਤ ਨੂੰ 9 ਵਜੇ ਆਉਣਾ, ਚਾਹੇ 10 ਵਜੇ ਆਉਣਾ। ਤੇ ਆਪਣੇ ਪਿੰਡ ਜਿਮ ਆ ਬਾਈ, ਉੱਥੇ ਜਾਣਾ, ਮੋਮਬੱਤੀ ਲੈ ਕੇ। ਉੱਥੇ ਲਾਈਟ ਨਹੀਂ ਹੈਗੀ ਹਾਲਾਂਕਿ। ਤੇ ਉੱਥੇ ਵਰਕਆਊਟ ਬਾਈ ਮੈਂ ਉਹਦੀ ਜੌਬ ਸਮਝਦਾ ਇੱਕ ਤਰ੍ਹਾਂ ਦੀ, ਕਿ ਬਸ ਇਹ ਚਾਹੇ ਕੁਛ ਮਰਜ਼ੀ ਹੋ ਜਾਏ, ਚਾਹੇ ਮੈਨੂੰ ਕੰਮ ਆ, ਚਾਹੇ ਕੋਈ ਹੱਡ ਦੁਖਦਾ ਜਾਂ ਕੁਛ ਵੀ ਆ, ਤਾਂ ਵਰਕਆਊਟ ਕਰਨਾ ਹੀ ਕਰਨਾ। ਇੱਥੋਂ ਤੱਕ ਕਿ ਮੈਨੂੰ ਬੁਖਾਰ ਵੀ ਜੋ ਚੜ੍ਹਦਾ ਗਾ,
ਇੱਕ ਵਾਰੀ ਐਵੇਂ ਗੱਲ ਹੋਈ ਕਿ ਮੈਂ ਘਰੋਂ ਤੁਰਿਆ ਤੇ ਮੇਰੀ ਮੰਮੀ ਨੇ ਕਿਹਾ ਵੀ ਤੁਸੀਂ ਵੀ ਇੱਕ ਵਾਰੀ ਤੂੰ ਬੁਖਾਰ ਚੈੱਕ ਕਰਾ ਲਾ ਵੀ ਤੇਰਾ ਡਾਕਟਰ ਕੋਲ ਹੋਇਆ ਇੱਕ ਵਾਰ। ਹਾਂਜੀ ਹਾਂ, ਤੇ ਮੈਂ ਉਹ ਡਾਕਟਰ ਕੋਲ ਗਿਆ ਤਾਂ ਉਹ ਡਾਕਟਰ ਕਹਿੰਦਾ ਵੀ ਤੈਨੂੰ ਬੁਖਾਰ ਆਗਾ ਵੀ ਤੂੰ ਘਰੇ ਜਾ ਕੇ ਰੈਸਟ ਕਰ ਵੀ ਤੂੰ ਜਿਮ ਨਾ ਲਾ। ਮੈਂ ਕਿਹਾ ਵੀ ਹਾਂ ਠੀਕ ਆ ਬਾਈ ਮੈਂ ਘਰ ਨੂੰ ਜਾਣਾ ਤਾਂ ਬਟ ਮੈਂ ਫਿਰ ਵੀ ਜਿਮ ਚਲਾ ਗਿਆ, ਜਿਮ ਲਾ ਕੇ ਫਿਰ ਘਰੇ ਆਇਆ। ਹਾਂਜੀ ਤੇ ਇੱਕ ਬਾਈ ਜਿੱਦਾਂ ਹੁਣ ਕੋਈ ਵੀ ਵੀਰ ਭੈਣ ਭਰਾ ਮੰਨ ਲਓ ਕੋਈ ਵੀ ਤੁਹਾਡੇ ਨਾਲ ਫੋਨ ਤੇ ਜਾਂ ਕਿਸ ਤਰ੍ਹਾਂ ਤੁਹਾਡੇ ਤੋਂ ਡਾਈਟ ਪਲਾਨ ਲੈਣਾ ਚਾਹੁੰਦਾ ਗਾ ਕੋਈ, ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਅਗਲੇ ਦੀ ਮਤਲਬ ਬੋਡੀ ਦੀ ਇਨਫੋਰਮੇਸ਼ਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ, ਤਾਂ ਉਹ ਤੁਹਾਨੂੰ ਇੰਸਟਾਗ੍ਰਾਮ ਜਾਂ ਕਿਸ ਤਰ੍ਹਾਂ ਤੁਹਾਡੇ ਨਾਲ ਕਰਨਾ? ਹਾਂਜੀ ਹਾਂ ਬਾਈ, ਵੈਸੇ ਤਾਂ ਫੇਸਬੁੱਕ ਤੇ ਹੋ ਜਾਂਦਾ ਗਾ ਬਟ ਜ਼ਿਆਦਾਤਰ ਤਾਂ ਮੇਰੀ ਜੋ ਮੇਨ ਚੀਜ਼ ਆ ਕਿ ਮੈਂ ਡੇਲੀ ਅਪਲੋਡ ਕਰਦਾ ਵੀਡੀਓਜ਼ ਹੈ ਨਾ ਜਾਂ ਐਕਟੀਵਿਟੀ ਜਿਹੜੀ ਚੀਜ਼ ਤੇ ਜ਼ਿਆਦਾ ਰਹਿਣਾ ਉਹ ਇੰਸਟਾਗ੍ਰਾਮ ਆ ਬਾਈ। ਇੰਸਟਾਗ੍ਰਾਮ ਸੁੱਖ ਜਹਲ ਆਈਡੀ ਆਪਣੀ ਪੰਜਾਬ ਫਿਟਨੈਸ ਐਂਡ ਯੂਥ ਆਈਕਨ ਉਹ ਨਾਮ ਆ। ਹਾਂਜੀ ਬਾਈ ਉੱਥੇ ਮੈਨੂੰ ਕੰਟੈਕਟ ਕਰ ਲੈਣ ਜਾਂ ਮੇਰਾ ਜੀਮੇਲ ਦਾ ਐਡਰੈਸ ਦਿੱਤਾ ਹੋਇਆ ਜਾਂ DM ਕਰ ਲੈਣ ਤਾਂ ਉੱਥੇ ਆਪਾਂ ਕੰਟੈਕਟ ਹੋ ਜਾਊਗਾ। ਓਕੇ ਜੀ। ਤੇ ਵੀਰੋ ਹੁਣ ਆਪਾਂ ਜਾ ਰਹੇ ਹਾਂਗੇ ਸੁਖ ਵੀਰੇ ਦੇ ਘਰੇ, ਤੇ ਇਹ ਆਪਾਂ ਪਹਿਲਾਂ ਖੇਤ ਸੀਗੇ ਜਿੱਥੇ ਡੇਲੀ ਪ੍ਰੈਕਟਿਸ ਕਰਦੇ ਨੇ ਬਾਈ, ਤੇ ਕੁਝ ਗੱਲਾਂ ਬਾਤਾਂ ਮੇਰੇ ਮਾਈਂਡ ਦੇ ਵਿੱਚ ਆਈਆਂ ਸੀ, ਚਲੋ ਮੈਂ ਕਿਹਾ ਉਹ ਵੀ ਆਪਾਂ ਰਿਕਾਰਡ ਕਰ ਲਈਏ। ਤੇ ਸਭ ਤੋਂ ਪਹਿਲਾਂ ਬਾਈ ਮੈਂ ਸੁੱਖੇ ਪੁੱਛਣਾ ਸੀਗਾ ਤੁਹਾਡੇ ਤੋਂ, ਜਿੱਦਾਂ ਹੁਣ ਤੁਹਾਡਾ ਡੇਲੀ ਦਾ ਜਿਹੜੀ ਡਾਈਟ ਦੀ ਆਪਾਂ ਗੱਲ ਕੀਤੀ ਸੀ, ਜਿੱਦਾਂ ਤੁਸੀਂ ਫ੍ਰੀ ਟਾਈਮ ਦੇ ਵਿੱਚੋਂ ਡਾਈਟ ਪਲਾਨ ਦਿੰਦੇ ਹੋਗੇ ਜਿਹੜਾ ਕੋਈ ਤੁਹਾਨੂੰ ਪੁੱਛਦਾ ਹੈਗਾ, ਤਾਂ ਤੁਹਾਡੀ ਆਪਣੀ ਡਾਈਟ ਇਸ ਟਾਈਮ ਕੀ ਚੱਲਦੀ ਹੈਗੀ? ਮੇਰੀ ਡਾਈਟ ਬਾਈ ਇਹੀ ਆ ਨਾ, ਵੈਸੇ ਨੈਚੁਰਲ ਚੀਜ਼ਾਂ ਹੀ ਨੇਗੀਆਂ ਜਿਵੇਂ ਕਿ ਫਰੂਟਸ ਹੋ ਗਏ, ਐਗਸ ਹੋ ਗਏ ਹਨਾ ਬਾਈ, ਬਰਾਊਨ ਰਾਈਸ, ਪੋਟੈਟੋ ਹਨਾ, ਚਿਕਨ ਹੋ ਗਿਆ, ਇਹ ਚੀਜ਼ਾਂ ਹੋ ਜਾਂਦੀਆਂ ਨੇਗੀਆਂ। ਬਟ ਇਸ ਤੋਂ ਇਲਾਵਾ ਬਾਈ ਸਪਲੀਮੈਂਟ ਵੀ ਵੈਸੇ ਮੈਂ ਯੂਜ਼ ਕਰਦਾ ਗਾ, ਪ੍ਰੋਟੀਨ ਹੋ ਗਿਆ, ਪ੍ਰੀ ਵਰਕਆਊਟ ਹੋ ਗਿਆ ਤੇ ਕੰਟੇਨ ਹੋ ਗਈ, ਕਿਉਂਕਿ ਇਹ ਚੀਜ਼ਾਂ ਬਾਈ ਬੋਡੀ ਨੂੰ ਰਿਕਵਰ ਕਰਨ ਲਈ ਹਨਾ ਆਪਣੀ ਹੈਲਪ ਕਰਦੀਆਂ ਨੇਗੀਆਂ। ਜੇ ਆਪਾਂ ਕਹੀਏ ਆਪਾਂ ਨਾਰਮਲ ਡਾਈਟ ਨਾਲ ਇਹ ਚੀਜ਼ਾਂ ਦਾ ਕਰ ਸਕਦੇ ਹਾਂ, ਕਿਉਂਕਿ ਵਰਕਆਊਟ ਬਾਈ ਬਹੁਤ ਹਾਰਡ ਹੈ, ਨੈਕਸਟ ਲੈਵਲ ਹੋ ਜਾਂਦਾ ਹਨਾ, ਇਸ ਕਰਕੇ ਚੀਜ਼ਾਂ ਆਪਾਂ ਨੂੰ ਹੈਲਪ ਲੈਣੀ ਵੀ ਪੈਂਦੀ ਹੈਗੀ। ਤੇ ਬਾਕੀ ਬਾਈ ਇਹ ਡਾਈਟ 'ਚ ਕੰਪਰੋਮਾਈਜ਼ ਤਾਂ ਬਹੁਤ ਜ਼ਿਆਦਾ ਕਰਨਾ ਪੈਂਦਾ, ਅਵੋਇਡ ਵੀ ਕਾਫੀ ਚੀਜ਼ਾਂ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ। ਹਾਂ ਬਾਈ ਜਿਵੇਂ ਕਿ ਫਾਸਟ ਫੂਡ 2 ਸਾਲ ਤੋਂ ਬਾਈ ਨਾ ਤਾਂ ਮੈਂ ਕੋਈ ਫਾਸਟ ਫੂਡ, ਜਿਵੇਂ ਕਿ ਚਲੋ ਬਹੁਤ ਦੂਰ ਦੀ ਗੱਲ ਆ ਬਾਈ, ਫਾਸਟ ਫੂਡ ਤਾਂ ਆਪਾਂ ਕੁਲਚੇ ਜਿਵੇਂ ਗੋਲ ਗੱਪੇ ਤਾਂ ਬਹੁਤ ਦੂਰ ਦੀ, ਹਾਂਜੀ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਇਸ ਤੋਂ ਇਲਾਵਾ ਬਾਈ ਜਿਵੇਂ ਆਪਾਂ ਕਹਦੇ ਵੀ ਚਾਹ ਹੋ ਗਈ, ਕੋਕ ਹੋ ਗਿਆ, 2 ਸਾਲ ਤੋਂ ਮੈਂ ਬਿਲਕੁਲ ਵੀ ਚਾਹ ਜਾਂ ਕੋਕ ਨਹੀਂ ਪੀਤਾ ਹੈਗਾ ਕਿ ਵੀ ਹਾਂ ਟੇਸਟ ਕੀ ਹੁੰਦਾ ਹੈਗਾ। ਇੱਥੋਂ ਤੱਕ ਕਿ ਵੀ ਮੈਨੂੰ ਕਿਸੇ ਮੈਰਿਜ ਪਾਰਟੀ ਤੇ ਆਪਾਂ ਚਲੇ ਗਏ ਜਾਂ ਕਿਸੇ ਦੋਸਤ ਮਿੱਤਰ ਦੇ ਕੋਈ ਫੰਕਸ਼ਨ ਹੈਗਾ ਉੱਥੇ ਵੀ ਫਿਰ ਹਾਂਜੀ ਹਾਂ ਬਾਈ ਉੱਥੇ ਬਸ ਅਵਾਇਡ ਕਰਨਾ ਪੈਂਦਾ ਹੈਗਾ। ਤੇ ਜਿਵੇਂ ਵਿਆਹ ਤੇ ਜਾਂਦੇ ਆਗੇ ਉੱਥੇ ਫਰੂਟਸ ਖਾ ਲਈਦੇ ਆਗੇ ਤੇ ਚਿਕਨ ਖਾਈ ਜਾਈਦਾ, ਬਸ ਹੋਰ ਕੋਈ ਚੀਜ਼ ਨਹੀਂ ਹੈਗੀ ਇਸ ਤਰ੍ਹਾਂ। ਹਾਂਜੀ ਇਸ ਤੱਕ ਬਾਈ ਹੁਣ ਮੈਨੂੰ 6-7 ਮੰਥ ਹੋ ਗਏ ਕਿ ਉਦੋਂ 6-7 ਮੰਥ ਪਹਿਲਾਂ ਮੈਂ ਸਿਰਫ ਇੱਕ ਵਾਰੀ ਚਾਰ ਖਾਦਾ ਸੀਗਾ, ਉਹ ਵੀ ਬਹੁਤ ਐਮਰਜੈਂਸੀ ਸੀਗਾ, ਵੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਵੀ ਹੁਣ ਚਾਰ ਨਾਲ ਹੀ ਰੋਟੀ ਖਾਣੀ ਪਊਗਾ, ਤੇ ਖੇਤ ਹੀ ਸੀ ਕੰਮ ਕਰਦੇ ਸੀਗੇ ਵੀ ਇਕੱਲੀ ਰੋਟੀ ਅਤੇ ਚਾਰ ਆ ਗਿਆ। ਬਸ ਮੈਂ ਉਦੋਂ ਵੀ ਮੈਨੂੰ ਬਸ ਧੱਕੇ ਨਾਲ ਉਹ ਭੁੱਖ ਮਿਟਾਉਣ ਲਈ ਖਾਣਾ ਪੈਂਦਾ, ਮੈਂ ਚਾਰ ਨੂੰ ਮਜਬੂਰੀ 'ਚ ਖਾਣਾ ਪੈ ਗਿਆ, ਨਹੀਂ ਚਾਰ ਨੂੰ ਵੀ ਬਾਈ ਮੈਂ ਬਿਲਕੁਲ ਵੀ ਨਹੀਂ ਚਾਰ ਖਾਦਾ, ਨਾ ਕੋਈ ਚਟਨੀ ਖੱਟੀ ਮਿੱਠੀ ਚੀਜ਼, ਇਸ ਤਰ੍ਹਾਂ ਬਿਲਕੁਲ ਸਾਫ ਡਾਈਟ ਰੱਖਣੀ ਹੋਈ ਆ। ਤੇ ਇੱਕ ਬਾਈ ਹੁਣ ਜਿਵੇਂ ਆਪਾਂ ਗੱਲ ਕੀਤੀ, ਤੁਸੀਂ ਦੱਸਿਆ ਵੀ ਕੁਛ ਨਾ ਕੁਛ ਆਮਦਨ ਚਲੋ ਠੀਕ ਆ ਰਹੀ ਹੈ ਹਨਾ ਤੁਹਾਨੂੰ, ਤੇ ਇਸ ਤੋਂ ਇਲਾਵਾ ਕੋਈ ਸੋਚਿਆ ਵੀ ਫਿਊਚਰ ਦੇ ਵਿੱਚ ਮਤਲਬ ਮੇਨ ਏਮ ਕੀ ਬਣਦਾ ਇਸ ਨਾਲ ਰਿਲੇਟਡ, ਵੀ ਮੇਨ ਕੀ ਚੀਜ਼ ਹੋਣੀ ਚਾਹੀਦੀ? ਹਾਂਜੀ ਹਾਂਜੀ ਬਾਈ ਵਾਹਿਗੁਰੂ ਦੀ ਕਿਰਪਾ ਨਾਲ ਹਨਾ ਚਲੋ ਅਰਨਿੰਗ ਤਾਂ ਵਧੀਆ ਹੋ ਰਹੀ ਹੈ, ਪੈਸਾ ਵੀ ਆ ਹਨਾ, ਤੇ ਫੇਮ ਵੀ ਵਧੀਆ ਮਿਲ ਰਹੀ ਹੈਗੀ ਮੈਨੂੰ। ਇਹ ਏਮ ਵੀਰੇ ਮੇਰਾ ਇਹ ਆ ਕਿ ਕੈਲਿਸਥੈਨਿਕ ਵੀਰੇ ਆਪਣੇ ਪੰਜਾਬ 'ਚ ਬਿਲਕੁਲ ਵੀ ਨਹੀਂ ਹੈਗੀ। ਆਪਣੇ ਹਰੇਕ ਮੁੰਡੇ ਦੀ ਸੋਚ ਆ ਵੀ ਜਿਮ ਜਾਓ, ਬਸ ਬੋਡੀ ਬਿਲਡਿੰਗ ਵਧੀਆ ਕਰੋ, ਤੇ ਬਟ ਕੋਈ ਇਹ ਨਹੀਂ ਸੋਚਦਾ ਵੀ ਆਪਾਂ ਘਰੇ ਰਹਿ ਕੇ ਵੀ ਨੈਕਸਟ ਲੈਵਲ ਤੇ ਕੋਈ ਚੀਜ਼ ਕਰ ਸਕਦੇ ਆ। ਬਸ ਏਮ ਇਹੀ ਆ ਵੀ ਬਾਈ ਕੱਲ ਨੂੰ ਜੇ ਕੋਈ ਪੰਜਾਬ 'ਚ ਜਾਣੇ ਤਾਂ ਕੈਲਿਸਥੈਨਿਕ ਦੇ ਨਾਮ ਨਾਲ ਵੀ ਹਾਂ ਯਾਰ ਸੁੱਖ ਜੌਹਲ ਨੇ ਕੈਲਿਸਥੈਨਿਕ ਸ਼ੁਰੂ ਕਰੀ, ਤੇ ਅੱਜ ਆਪਣੇ ਸਾਰੇ ਪੰਜਾਬ 'ਚ ਕ੍ਰਿਕਟ, ਫੁੱਟਬਾਲ ਉਹ ਗੇਮ ਵਾਂਗੂ ਇੱਕ ਕੈਲਿਸਥੈਨਿਕ ਵੀ ਗੇਮ ਹੈ, ਇੱਕ ਇਹਦੇ ਟੂਰਨਾਮੈਂਟ ਹੋਣ, ਬਸ ਇਹੀ ਏਮ ਆ ਬਾਈ ਆਪਣਾ। ਹਾਂਜੀ ਹਾਂਜੀ ਅੱਛਾ ਬਾਈ ਸੁੱਖ, ਤੇ ਤੁਸੀਂ ਡਾਈਟ ਪਲਾਨ ਵੀ ਆਪਣਾ ਦੱਸਿਆ ਲਾਸਟ ਆਪਾਂ ਜਿਹੜੀ ਗੱਲ ਕੀਤੀ, ਤੇ ਜਿੱਦਾਂ ਆਪਾਂ ਕਹਿ ਲਈਏ ਸਪੈਸ਼ਲ ਇੱਕ ਬੋਡੀ ਬਿਲਡ ਕਰਦੇ ਨੇਗੇ ਵਿੱਚ ਲੋਕ ਆਪਣੀ ਬੋਡੀ ਨੂੰ ਜ਼ਿਆਦਾ ਬੋਡੀ ਬਿਲਡਿੰਗ ਬਿਲਡ ਕਰਦੇ ਨੇਗੇ, ਵੱਡੇ ਵੱਡੇ ਮਸਲ ਪਾਉਂਦੇ ਨੇਗੇ, ਤਾਂ ਉਹ ਚੀਜ਼ ਵੀ ਤੁਹਾਡੇ ਵਾਲੇ ਇਹਦੇ ਵਿੱਚ ਹੀ ਸਿਸਟਮ ਆ ਜਾਂ ਉਹ ਇੱਕ ਅਲੱਗ ਦੀ ਗੱਲ ਹੋਊਗੀ? ਉਹ ਬਾਈ ਇੱਕ ਅਲੱਗ ਲੈਵਲ ਤੇ ਚੀਜ਼ ਹੋ ਜਾਂਦੀ ਆ ਹਨਾ, ਜਿਵੇਂ ਕਿ ਇਹ ਕੈਲਿਸਥੈਨਿਕ ਆ ਬਾਈ, ਇਹਦੇ ਵਿੱਚ ਆਪਾਂ ਨੂੰ ਸਟਰੈਂਥ ਵੀ ਚਾਹੀਦੀ ਆ, ਪਾਵਰ ਵੀ ਚਾਹੀਦੀ ਆ, ਫਲੈਕਸੀਬਿਲਿਟੀ ਹੋ ਗਈ ਹਨਾ, ਤੇ ਬੋਡੀ ਵੀ ਥੋੜੀ ਚਾਹੀਦੀ ਆ, ਫਿਜ਼ਿਕ ਵਧੀਆ ਹੋਣੀ ਚਾਹੀਦੀ ਆ ਬੰਦੇ ਦੀ। ਬਟ ਬੋਡੀ ਬਿਲਡਿੰਗ ਦੇ ਵਿੱਚ ਕੀ ਆ ਬਾਈ ਆਪਾਂ ਨੂੰ ਇਕੱਲੇ ਟੋਟਲੀ ਮਸਲ ਚਾਹੀਦੇ ਆ,
ਤੇ ਉਹ ਤੁਸੀਂ ਸਰਚ ਕਰ ਲਓ ਜਾਂ ਕਿਤੇ ਵੀ, ਮੈਂ YouTube ਆਪ ਦੇਖਦਾ ਰਹਿੰਦਾ ਵੀਡੀਓਜ਼, ਨੌਲੇਜ ਇਕੱਠੀ ਕਰਦੇ ਰਹਿੰਦੇ ਆ ਬਾਈ, ਹਨਾ। ਤੇ ਉਹਨਾਂ ਤੋਂ ਮੈਨੂੰ ਪਤਾ ਲੱਗਿਆ ਵੀ ਜਿਹੜੀ ਬੋਡੀ ਬਿਲਡਿੰਗ ਆ ਉਹ ਸਟੀਰੋਇਡ ਤੋਂ ਬਿਨਾਂ ਨਹੀਂ ਹੋ ਸਕਦੀ ਵੀਰੇ। ਜੇ ਆਪਾਂ ਬੋਡੀ ਬਿਲਡਿੰਗ ਵਧੀਆ ਮਸਲ ਆਪਣੀ ਫਿਜ਼ਿਕ ਚਾਹੀਦੀ ਆ ਤਾਂ ਸਟੀਰੋਇਡ ਆਪਾਂ ਨੂੰ ਲੈਣਾ ਹੀ ਪਊਗਾ। ਉਸ ਤੋਂ ਬਿਨਾਂ ਆਪਣਾ ਬੋਡੀ ਹਾਂ ਵਧੀਆ ਬਣ ਸਕਦੀ, ਨੇਚਰਲ ਡਾਈਟ ਨਾਲ ਠੀਕ ਆ, ਓਕੇ ਆ। ਜਿਵੇਂ ਕਿ ਆਪਣੇ ਮੁੰਡੇ ਵਧੀਆ ਨੇਚਰਲ ਡਾਈਟ ਨਾਲ ਵਧੀਆ ਬਣਾਈ ਜਾਂਦੇ ਆ, ਓਕੇ ਆ, ਕਹਿੰਦੇ ਵਧੀਆ ਬੋਡੀ ਆ। ਬਟ ਕੁਛ ਕੁ ਮੁੰਡਿਆਂ ਨੂੰ ਐਂ ਹੁੰਦਾ ਵੀ ਯਾਰ ਬਸ ਪੂਰੇ ਵੱਡੇ ਵੱਡੇ ਡੌਲੇ ਕਰੀਏ, ਵਧੀਆ ਬੋਡੀ ਮਸਲ ਕੱਲਾ ਹੋਵੇ, ਉਹਦੇ ਲਈ ਫਿਰ ਉਹ ਸਟੀਰੋਇਡ ਵਰਤਣ ਲੱਗ ਜਾਂਦੇ ਆ ਬਾਈ। ਉੱਥੇ ਚੀਜ਼ ਆ ਕੇ ਉਹ ਚੀਜ਼ ਤੇ ਗਲਤ ਹੋ ਜਾਂਦੀ ਹੈ ਚੀਜ਼। ਐਂ ਦੀ ਕਰ ਲਈਏ ਹਨਾ, ਇੱਧਰ ਦੀ ਕਰ ਲਓ ਬਾਈ। ਅੱਛਾ, ਤੇ ਇੱਕ ਜਿੱਦਾਂ ਕਹਿ ਲਈਏ ਫਿਰ ਉਹ ਮਤਲਬ ਮੇਨ ਉਹਦਾ ਨੁਕਸਾਨ ਇਹੀ ਹੈ ਵੀ ਆਪਣੀ ਫਲੈਕਸੀਬਿਲਿਟੀ ਖਤਮ ਆ ਗਈ। ਹਾਂਜੀ, ਜ਼ੀਰੋ ਹੋ ਜਾਂਦੀ ਆ ਬਾਈ ਫਲੈਕਸੀਬਿਲਿਟੀ। ਇੱਥੇ ਹੀ ਮੋੜ ਲਓ ਬਾਈ ਅੰਦਰ ਨੂੰ, ਆਪਣੀ ਫਲੈਕਸੀਬਿਲਿਟੀ ਹੋ ਗਈ ਬਾਈ, ਸਟਰੈਂਥ ਹੋ ਗਈ, ਇਹ ਚੀਜ਼ ਬਿਲਕੁਲ ਜ਼ੀਰੋ ਹੋ ਜਾਂਦੀ ਆ। ਆਪਾਂ ਬਸ ਸਿਰਫ ਮਸਲਾਂ ਜੋਗੇ ਰਹਿ ਜਾਂਦੇ ਆ। ਓਕੇ, ਮੀਨਸ ਕਿ ਉਹ ਕਹਿ ਲਈਏ ਆਪਾਂ ਦਿਖਾਵੇ ਦਾ ਸਰੀਰ ਹੋ ਗਿਆ, ਦਿਖਾਵੇ ਦਾ ਸਰੀਰ ਹੋ ਜਾਂਦਾ। ਹਾਂਜੀ ਬਾਈ। ਤੇ ਵੀਰੋ ਇਹ ਆਪਣੇ ਨਾਲ ਹੁਣ ਇਸ ਟਾਈਮ ਮੌਜੂਦ ਨੇਗੇ ਸੁਖਵੀਰ ਦੇ ਮੰਮੀ ਤੇ ਡੈਡੀ ਜੀ ਨੇਗੇ, ਤੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਜਿੱਦਾਂ ਹੁਣ ਕੀ ਹੈ, ਕਈ ਵਾਰੀ ਕੋਈ ਆਪਣੇ ਜਿਹੜੇ ਵੀਰ ਨੇਗੇ ਜਦੋਂ ਕਿਸੇ ਨਸ਼ੇ ਪੱਤੇ ਵਾਲੇ ਰਾਹ ਤੇ ਪੈ ਜਾਂਦੇ ਨੇ ਜਾਂ ਕਿਸੇ ਹੋਰ ਮਤਲਬ ਗਲਤ ਰਾਹ ਨੂੰ ਜਦੋਂ ਆਪਾਂ ਚੂਜ਼ ਕਰ ਲੈਂਦੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਬਾਈ ਵੀ ਥੋੜਾ ਜਿਹਾ ਭਟਕ ਗਿਆ ਸੀਗਾ ਪਹਿਲਾਂ, ਤਾਂ ਉਦੋਂ ਜਿਹੜੀ ਫੈਮਿਲੀ ਹੁੰਦੀ ਹੈਗੀ ਉਹਨਾਂ ਦੀ ਕੀ ਕੰਡੀਸ਼ਨ ਹੁੰਦੀ ਹੈ ਤੇ ਅੱਜ ਦਾ ਹੁਣ ਇਹਨਾਂ ਨੂੰ ਮਤਲਬ ਕਿੱਦਾਂ ਫੀਲ ਹੁੰਦਾ ਉਹ ਪਹਿਲਾਂ ਵਾਲੇ ਟਾਈਮ ਤੋਂ ਤੇ ਅੱਜ ਦੀ ਘੜੀ ਦੇ ਵਿੱਚ। ਤੇ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਵੀ ਜਿੱਦਾਂ ਹੁਣ ਪਹਿਲਾਂ ਬਾਈ ਸੁੱਖ ਸੀਗਾ ਥੋੜਾ ਨਸ਼ੇ ਪੱਤੇ ਵਾਲੇ ਪਾਸੇ ਪੈ ਗਿਆ ਸੀਗਾ, ਜਾਂ ਮੰਨ ਲਓ ਇਹ ਆਪਣੀ ਕਬੱਡੀ ਦੀ ਗੇਮ ਦੇ ਵਿੱਚ ਕਾਮਯਾਬ ਨਹੀਂ ਹੋਏ ਤਾਂ ਉਹਦੀ ਮਾਯੂਸੀ ਹੋ ਗਈ ਜਾਂ ਕਿਵੇਂ ਹੋਇਆ, ਤਾਂ ਤੁਹਾਨੂੰ ਉਦੋਂ ਕਿਵੇਂ ਲੱਗਦਾ ਸੀ ਜਾਂ ਲੋਕਾਂ ਦਾ ਕੀ ਰਵੱਈਆ ਸੀਗਾ ਤੇ ਹੁਣ ਕਿੱਦਾਂ ਲੱਗਦਾ? ਪਹਿਲਾ ਰਵੱਈਆ ਸੀ ਜੋ ਕਬੱਡੀ ਖੇਡਣ ਲੱਗਿਆ ਸੀ, ਮਤਲਬ ਜੀ ਉਦੋਂ ਥੋੜਾ ਜਿਹਾ ਵਧੀਆ ਕੁਛ ਟਾਈਮ ਵਧੀਆ ਖੇਡਿਆ, ਉਹਦੇ ਬਾਅਦ ਨਸ਼ਾ ਪੱਤਾ ਦਾ ਮਤਲਬ ਕਰਿਆ ਤੇ ਲੋਕ ਹੌਲੀ ਦੱਸਣ ਲੱਗ ਗਏ ਵੀ ਇਸ ਤਰ੍ਹਾਂ ਮਤਲਬ ਤੁਹਾਡੇ ਹਾਲਾਤ ਬਣੀ ਜਾਂਦੇ ਨੇ। ਤਾਂ ਨਹੀਂ ਪਤਾ ਲੱਗਾ, ਜਦੋਂ ਮਤਲਬ ਵੱਧ ਹੋ ਗਿਆ ਫੇਰ ਪਤਾ ਲੱਗਾ ਵੀ ਇਸ ਤਰ੍ਹਾਂ ਹੋ ਗਏ। ਉਹ ਥੋੜ੍ਹੇ ਜਿਹੇ ਹਾਲਾਤ ਥੋੜ੍ਹੇ ਜਿਹੇ ਖਰਾਬ ਹੋ ਗਏ ਸੀ, ਜਾਣੀ ਮਤਲਬ ਕੰਮ ਨਹੀਂ ਸੀ ਕਰਦਾ ਜਾਂ ਆਸੇ ਪਾਸੇ ਚਲਿਆ ਜਾਂਦਾ ਸੀ ਇਸ ਤਰ੍ਹਾਂ। ਤੇ ਹੁਣ ਹਾਲਾਤ ਬਹੁਤ ਵਧੀਆ ਠੀਕ ਨੇ, ਵਧੀਆ ਮਨ ਖੁਸ਼ ਹੁੰਦਾ ਜਦੋਂ ਮਤਲਬ ਲੋਕ ਆਉਂਦੇ ਨੇ ਜਾਂ ਮਤਲਬ ਕੋਈ ਗੱਲ ਕਰਦਾ ਜਾਂ ਕੋਈ ਫੋਨ ਕਰਦਾ ਤੇ ਵੀ ਤੁਹਾਡਾ ਮੁੰਡੇ ਦਾ ਮਤਲਬ ਵੀ ਵਧੀਆ ਸੀ ਦੇਖਿਆ, ਇਸ ਤਰ੍ਹਾਂ ਠੀਕ ਹੋ ਜਾਂਦਾ। ਹਾਂਜੀ, ਕਿਉਂਕਿ ਸਭ ਤੋਂ ਜੇ ਮੈਂ ਜ਼ਿਆਦਾ ਕਹਾਂ ਤਾਂ ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਵੀ ਆਪਣਾ ਪੁੱਤ ਕਿਸੇ ਦੁੱਖ ਤਕਲੀਫ ਦੇ ਵਿੱਚ ਹੁੰਦਾ, ਕਿਉਂਕਿ ਸਾਨੂੰ ਦੱਸਿਆ ਬਾਈ ਨੇ ਵੀ ਇੱਕ ਵਾਰੀ ਕਹਿੰਦੀ ਵੀ ਸੁਸਾਈਡ ਕਰਨ ਤੱਕ ਦਾ ਮਨ ਬਣ ਗਿਆ ਸੀ। ਬਾਈ ਕਹਿੰਦਾ ਮੈਂ ਜਿਹੜੀ ਖੇਤਾਂ ਵਾਲੀ ਸਪਰੇਅ ਹੁੰਦੀ ਹੈ ਵੀ ਉਹ ਵੀ ਪੀ ਲਈ ਸੀਗੀ, ਤਾਂ ਉਦੋਂ ਇੱਕ ਜਿੱਦਾਂ ਮਾਤਾ ਦੇ ਤੌਰ ਤੇ ਮੈਂ ਪੁੱਛਦਾ ਹਾਂ ਵੀ ਤੁਹਾਨੂੰ ਬਹੁਤ ਧੱਕਾ ਲੱਗਿਆ ਹੋਊ, ਤੇ ਹੁਣ ਆਪਣਾ ਕਿੱਦਾਂ ਲੱਗਦਾ ਵੀ ਤੁਹਾਡਾ ਬੇਟਾ ਵਧੀਆ ਨਾਮ ਕਮਾ ਰਿਹਾ? ਹਾਂ ਵੀਰੇ, ਬਹੁਤ ਵਧੀਆ ਲੱਗਦਾ ਹੁਣ। ਤੇ ਉਦੋਂ ਤਾਂ ਬਹੁਤ ਸਾਨੂੰ ਉਹ ਸੀਗਾ, ਦਿਮਾਗ ਤੇ ਟੈਨਸ਼ਨ ਸੀਗੀ ਵੀ ਕੀ ਬਣ ਗਿਆ, ਕਿ ਹਾਂ ਵੀ ਕੀ ਬਣ ਗਿਆ। ਹਾਂ, ਮਸਾਂ ਦੇਖਿਆ ਸੀਗਾ, ਕਿਉਂਕਿ ਜਿੱਦਾਂ ਮੈਨੂੰ ਪਤਾ ਹੁਣ ਬਾਈ ਦੇ ਚਾਰ ਹੁਣ ਬਹੁਤ ਠੀਕ ਆ। ਹੁਣ ਮਨ ਵੀ ਖੁਸ਼ ਹੋਣਾ ਜਦੋਂ ਮੈਨੂੰ ਕਹਿ ਦਿੰਦਾ ਮੰਮੀ ਮੈਂ ਤੇਰਾ ਪੁੱਤ ਸਟਾਰ ਬਣ ਜਾਊਂਗਾ, ਫਿਰ ਆਪਦਾ ਵੀ ਮਨ ਖੁਸ਼ ਹੁੰਦਾ ਹੈਗਾ। ਹਾਂਜੀ, ਤੇ ਬਾਕੀ ਰਿਸ਼ਤੇਦਾਰਾਂ ਜਾਂ ਹੋਰ ਕਿਤੇ ਤੁਸੀਂ ਜਾਣਦੇ ਹੋਗੇ ਤਾਂ ਪੁੱਛਦੇ ਹੋਣਗੇ? ਹਾਂਜੀ, ਸਾਰੇ ਪੁੱਛਦੇ ਆ ਪੁੱਤ, ਹਾਂ ਸਾਰੇ ਪੁੱਛਦੇ। ਤੇ ਵੀਰੋ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਆਪਣਾ ਕਮੈਂਟ ਜ਼ਰੂਰ ਕਰਿਓ। ਜੇਕਰ ਤੁਸੀਂ ਇਸ ਦੇ ਬਾਰੇ ਬਾਈ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣਾ ਕਮੈਂਟ ਛੱਡ ਸਕਦੇ ਹੋ ਵੀਡੀਓ ਥੱਲੇ, ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦੀ ਜਿਹੜੀ ID ਹੈਗੀ ਇੰਸਟਾਗ੍ਰਾਮ ਦੀ ਉਹ ਮੈਂ ਦਿੱਤੀ ਹੋਈ ਹੈ ਕਿ ਤੁਸੀਂ ਉੱਥੋਂ ਗੱਲਬਾਤ ਜਿਹੜੀ ਕਰ ਸਕਦੇ ਹੋ। ਮਿਲਦੇ ਹਾਂ ਜਲਦੀ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।